संयुक्त किसान मोर्चा स्कीम है ये पूरे भारत की मुट्ठी है। ये किसी एक की नहीं गी, पूरे भारत के ਜਿਹੜੀਆਂ ਭਰਾਤਰੀ ਜਥੇਬੰਦੀਆਂ ਲੜਨ ਵਾਲੀਆਂ ਜਥੇਬੰਦੀਆਂ ਉਹਨਾਂ ਦਾ ਇੱਕ ਸੰਗਠਨ ਬਣਿਆ ਹੈ। ਕਿਸਾਨ ਯੂਨੀਅਨ ਦੇ ਵਿੱਚ ਜਿਹੜੇ ਵੱਡੇ ਵੱਡੇ ਨਾਅਰੇ ਲਾਉਂਦੇ ਸੀ ਉਹ ਲੋਕ ਉਸ ਪਾਰਟੀ ਨਾਲ ਸ਼ਾਮਲ ਹੋ ਗਏ ਜਿਹੜੀ ਪਾਰਟੀ ਦਾ ਉਦੋਂ ਵਿਰੋਧ ਕਰਦੇ ਸੀਗੇ। ਕੀ ਹੋਇਆ ਕਿ ਉਹ ਜਿਹੜੇ ਕੁਰਬਾਨੀਆਂ ਸੀ ਉਹ ਸਭ ਭੁੱਲ ਚੁੱਕੇ ਨੇ। ਜਦੋਂ ਸਾਡੀ 750 ਸ਼ਹਾਦਤ ਹੋਈ ਆ ਕਿਸਾਨਾਂ ਦੀ ਦਿੱਲੀ ਦੀਆਂ ਬੂਥਾਂ ਤੇ ਬੈਠਿਆਂ ਦੀ, ਉਦੋਂ ਇਹ ਵੀ ਕਹਿੰਦੇ ਹੁੰਦੇ ਪਿੰਡਾਂ 'ਚ ਵੋਟ ਲਾਦੇ ਸੀ ਵੀ ਪਿੰਡਾਂ 'ਚ ਉਹੀ ਲੀਡਰ ਬਣੇਗਾ ਜੋ ਕਿਸਾਨਾਂ ਨਾਲ ਖੜੇਗਾ। ਉਸ ਤੋਂ ਬਾਅਦ ਵੋਟਾਂ ਦੇ ਵਿੱਚ ਵੱਖੋ ਵੱਖਰੀਆਂ ਪਾਰਟੀਆਂ ਨਾਲ ਕਾਰਾਂ ਤੇ ਚੜ੍ਹ ਕੇ ਸਾਡੇ ਲੋਕ। ਇਹ ਵੀ ਹਾਲਾਤ ਸੀ ਜਦੋਂ ਕੋਈ ਬੀਜੇਪੀ ਦਾ ਕੋਈ ਟੈਂਟ ਵੀ ਲਗਾਉਂਦਾ, ਟੈਂਟ ਵੀ ਪੱਟੇ ਜਾਂਦੇ ਸੀ, ਠੀਕ ਨਾਰਾ ਵੀ ਨਹੀਂ ਲਾਉਣ ਦਿੰਦੇ ਸੀਗੇ, ਬੀਜੇਪੀ ਨੂੰ ਬੜਨ ਵੀ ਨਹੀਂ ਦਿੰਦੇ ਸੀਗੇ। ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਹੀ ਉਹ ਸਾਰੇ ਸ਼ਾਮਲ ਹੋਣ ਲੱਗ ਗਏ। ਕੀ ਕਰਨ? ਸਾਡੀ ਕੋਈ ਤਨਖਾਹ ਤਾਂ ਲੱਗੀ ਨਹੀਂ ਵੀ ਅਸੀਂ ਤਾਂ ਹਰੇਕ ਨੂੰ ਚੁੰਬੜਨਾ ਹੀ ਜਾ ਕੇ ਆ। ਇਹ ਤਾਂ ਹੈ ਨਹੀਂ ਵੀ ਅਸੀਂ ਹੁਣ ਹਰੇਕ ਨਾਲ ਲੜੀ ਜਾਈਏ। ਅਸੀਂ ਕਾਨੂੰਨ ਠੀਕ ਹੈ ਰੱਦ ਕਰਾ ਲਏ, ਜੇ ਕੋਈ ਹੋਰ ਬੀਜੇਪੀ ਵਾਲਾ ਪੰਗਾ ਛੇੜ ਦੇਗੇ ਫਿਰ ਉਹਨਾਂ ਨਾਲ ਲੜਾਈ ਆ। ਸਾਡੇ ਤਾਂ 750 ਸ਼ਹਾਦਤ ਦਿੱਤੀਆਂ ਬਿਲਕੁਲ ਬਿਲਕੁਲ ਉਹੀ ਗੱਲ ਵੀ ਅਸੀਂ ਤਾਂ ਸ਼ਹਾਦਤਾਂ ਨੂੰ ਭੁੱਲ ਗਏ, 750 ਸ਼ਹੀਦਾਂ ਨੂੰ ਭੁੱਲ ਕੇ ਅਸੀਂ ਉਹਨਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਤੁਰ ਕੇ ਪਿੰਡ ਦੇ ਲੋਕਾਂ ਨਾਲ ਜਾ ਰਹੇ ਹਾਂ। ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਡਿਬੇਟ ਨਹੀਂ ਹੋਈ, ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ UN ਨੂੰ ਇੱਕ ਉਦੋਂ ਚਿੱਠੀ ਲਿਖੀ ਵੀ ਦਿੱਲੀ ਦੀਆਂ ਸਰਹੱਦਾਂ ਦੇ ਜਿਹੜੇ ਲੋਕ ਬੈਠੇ ਆ ਵੀ ਭਾਈ ਉੱਥੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋ ਰਹੀ ਹੈ, ਉੱਥੇ ਕਤਲ ਹੋ ਰਹੇ ਆ, ਜ਼ਿੰਮੇਵਾਰ ਕੌਣ? ਐਵੇਂ ਨਹੀਂ PM ਸਾਡਾ ਝੁਕ ਗਿਆ, ਪੂਰਾ ਵਰਲਡ ਨੇ ਇਹਨੂੰ ਲਾਹਨਤਾਂ ਪਾਈਆਂ ਨੇ। ਹਰ ਮੁੱਦੇ ਤੇ ਤੁਸੀਂ ਲੰਬੇ ਸਮੇਂ ਤੋਂ ਲੜਦੇ ਆ ਰਹੇ। ਕਿਸਾਨ ਯੂਨੀਅਨ ਲੜਦੀ ਆ, ਹੋਰਾਂ ਦੇ ਪੱਖ ਦੀ ਵੀ ਖੜ ਜਾਂਦੀ ਹੈਗੀ। ਇੱਕ ਮੁੱਦਾ ਪਿੱਛੇ ਜਿਹੇ ਖੜਾ ਹੋਇਆ ਸੀ ਜੋ ਕਿ ਆਪਣੇ ਗਰੀਬ ਭਾਈਚਾਰਾ ਸੀਗਾ, ਉਹਨਾਂ ਦੇ ਦੁੱਖ ਵੱਲ ਕਿਸੇ ਨੇ ਨਹੀਂ ਦੇਖਿਆ, ਕਿਉਂਕਿ ਜਿਸ ਟਾਈਮ ਕਿਸਾਨ ਯੂਨੀਅਨ ਉੱਥੇ ਧਰਨਾ ਲਾ ਰਹੀ ਸੀ ਉਹ ਵੀ ਨਾਲ ਖੜੇ ਸੀਗੇ। ਹੁਣ ਪਿੱਛੇ ਜੇ ਇਹਨਾਂ ਨੇ ਆਪਣੇ ਮਜ਼ਦੂਰ ਯੂਨੀਅਨ ਜਿਨ੍ਹਾਂ ਨੇ ਆਪਣੀ ਦਿਹਾੜੀ ਵਧਾਉਣ ਵਾਸਤੇ ਵੀ ਧਰਨਾ ਵੀ ਲਾਇਆ ਸੀਗਾ, ਠੀਕ ਹੈ ਜੀ, ਮੰਗ ਵੀ ਕੀਤੀ ਹੈ, ਉਸ ਟਾਈਮ ਕਿਸਾਨ ਯੂਨੀਅਨ ਨਾਲ ਖੜੀ ਸੀ। ਮੈਂ ਤਾਂ ਆਪ ਯਾਰ ਮੋਰਚੇ ਨੂੰ ਵੋਟ ਪਾਈ ਹੈ, ਮੈਂ ਕਿਉਂ ਪਾਊਂ? ਅਸੀਂ ਤਾਂ ਯਾਰ 1.5 ਸਾਲ ਤਾਂ ਗਾਲਾਂ ਕੱਢਦੇ ਰਹੇ ਅਕਾਲੀ ਕਾਂਗਰਸ ਝਾੜੂ ਵਾਲਿਆਂ ਨੂੰ। ਮੋਰਚੇ ਦਾ ਵੋਟ ਪਾਣੀ ਪੈਣੀ ਸੀ ਆਪਣਾ ਭਾਈਚਾਰਾ। ਤੁਸੀਂ ਕਹਿੰਦੇ 700 ਸ਼ਹਾਦਤ ਦਿੱਤੀ ਆ ਵੀ ਮੈਂ ਤਾਂ ਨਹੀਂ ਭੁੱਲਿਆ ਬਾਈ 700 ਸ਼ਹਾਦਤ। ਬਿਲਕੁਲ, ਮੈਂ ਤਾਂ ਉਹਦੇ ਪਿੰਡ ਦਾ ਧੰਨਵਾਦ ਕਰਦਾ। ਪੂਰਾ ਪੰਜਾਬ 'ਚ ਇੱਕ ਪਿੰਡ ਆ ਮੇਰਾ ਸੀਨੀਵਾਲ ਕਲਾਂ, ਜਿੱਥੇ 618 ਵੋਟਾਂ ਕਿਸਾਨ ਮੋਰਚੇ ਨੂੰ ਪਈਆਂ। ਜਿਹੜੇ ਉਹਨਾਂ ਦੇ ਮਜ਼ਦੂਰਾਂ ਦੇ ਬਣਦੇ ਹੱਕ ਹੈ ਉਹ ਵੀ ਠੀਕ ਆ, ਉਹ ਵੀ ਇਹ ਚਾਹੁੰਦੇ ਵੀ ਜੇ ਕਿਸਾਨ ਕਾਮਯਾਬ ਆ ਯਾਰ, ਉਹ ਕਿਸਾਨ ਹੱਕ ਨਹੀਂ ਰੱਖਦਾ ਮਜ਼ਦੂਰ। ਬਿਲਕੁਲ, ਕਿਸਾਨ ਵੀ ਪਹਿਲਾਂ ਮਰਿਆ ਪਿਆ ਗਾ। ਸੋ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਨਾਰਾ ਗਾ ਉਹਨੂੰ ਬੁਲੰਦ ਰੱਖਾਂਗੇ, ਭਾਈਚਾਰਕ ਸਾਂਝ ਕਾਇਮ ਰੱਖਾਂਗੇ ਤੇ ਜਿਹੜੀ ਲੜਾਈ ਆ ਸਾਂਝੀ ਲੜਾਂਗੇ ਜਿੱਥੇ ਸਾਨੂੰ ਬੁਲਾਉਣਗੇ ਮਜ਼ਦੂਰਾਂ ਦੇ ਨਾਲ। ਨਮਸਕਾਰ ਦੋਸਤੋ, ਮੈਂ ਤੁਹਾਡਾ ਪ੍ਰਦੀਪ ਧਾਲੀਵਾਲ ਪੱਤਰਕਾਰ। ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਦੇ ਯੂਥ ਦੇ ਜੋ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜੋ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਜੀ ਨਾਲ ਖਾਸ ਮੁਲਾਕਾਤ ਕਰਨ ਆਏ ਹੈਗੇ। ਜਾਣਾਂਗੇ ਕੁਝ ਗੱਲਾਂ ਨੂੰ ਜੋ ਅੱਜ ਕੱਲ੍ਹ ਜ਼ਿਆਦਾ ਚੱਲ ਰਹੀਆਂ ਨੇ ਲੋਕਾਂ ਦੇ ਵਿੱਚ, ਕਿ ਕਿਸਾਨ ਯੂਨੀਅਨ ਜੋ ਪਹਿਲਾਂ ਏਕਤਾ ਸੀ ਅੱਜ ਉਹ ਏਕਤਾ ਨਹੀਂ ਦਿਖਾਈ ਦੇ ਰਹੀ, ਜੋ ਪਹਿਲਾਂ ਇਕਜੁੱਟ ਸੀ ਉਹ ਅੱਜ ਨਹੀਂ ਦਿਖਾਈ ਦੇ ਰਹੀ, ਕਿ ਜੋ ਪਹਿਲਾਂ ਆਮ ਲੋਕ ਵੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਸੀਗੇ ਅੱਜ ਉਹ ਆਮ ਲੋਕ ਵੀ, ਆਮ ਜਨਤਾ ਵੀ, ਉਹ ਵੀ ਦੂਰ ਹੁੰਦੀ ਜਾ ਰਹੀ ਹੈਗੀ। ਕਾਰਨ ਕੀ ਹੈ ਇਹ ਜਾਣਾਂਗੇ ਆਪਾਂ ਜਗਸੀਰ ਜੀ ਤੋਂ। ਸਰ ਨਮਸਕਾਰ ਜੀ। ਸਤਿ ਸ਼੍ਰੀ ਅਕਾਲ ਜੀ। ਜਗਸੀਰ ਜੀ, ਤੁਹਾਡੇ ਤੋਂ ਪਹਿਲਾਂ ਤਾਂ ਇਹ ਗੱਲ ਜਾਣਨਾ ਚਾਹੁੰਦੇ ਹਾਂ ਅਸੀਂ ਕਿ ਜਿਹੜੀ ਕਿਸਾਨ ਯੂਨੀਅਨ ਕਿਸੇ ਸਮੇਂ ਦੇ ਵਿੱਚ ਬੜੀ ਹੀ ਮਤਲਬ ਇੱਕ ਪਾਵਰ, ਇੱਕ ਤਾਕਤ ਲੈ ਕੇ ਆਈ ਸੀ, ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਧਰਨਾ ਲਾਇਆ ਗਿਆ ਸੀਗਾ। ਉਸ ਟਾਈਮ ਦੁਨੀਆ ਕੀ NRA ਕੀ ਚਾਰੋਂ ਪਾਸੇ ਫੇਮਸ ਹੋ ਗਏ ਸੀ ਕਿ ਆਮ ਜਨਤਾ, ਆਮ ਲੋਕ ਵੀ ਉਹਨਾਂ ਨਾਲ ਖੜ ਚੁੱਕੇ ਸੀਗੇ। ਪਰ ਬੜੀ ਜਲਦੀ ਹੀ ਇਹ ਚੀਜ਼ ਟੁੱਟਦੀ ਨਜ਼ਰ ਆ ਰਹੀ ਹੈ, ਟੁੱਟ ਵੀ ਚੁੱਕੀ ਹੈ, ਦਿਖਾਈ ਵੀ ਦੇ ਰਹੀ ਹੈ। ਕੀ ਕਾਰਨ ਸੀ ਵੀ? ਨਹੀਂ, ਇਹ ਤਾਂ ਅਫਵਾਹਾਂ ਵੀ ਹੁੰਦੀਆਂ ਨੇ ਪ੍ਰਦੀਪ ਜੀ। ਕੁਛ ਪਹਿਲਾਂ ਤਾਂ ਮੈਂ ਤਾਂ ਜਿੰਨੇ ਵੀ ਸਰੋਤੇ ਪੰਜਾਬ ਬੋਲਦਾ ਤੁਹਾਡਾ ਚੈਨਲ ਦੇਖ ਰਹੇ ਉਹਨਾਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਸਕੀਮ ਹੈ ਇਹ ਪੂਰੇ ਭਾਰਤ ਦੀ ਮੁੱਠੀ ਹੈ। ਇਹ ਕਿਸੇ ਇੱਕ ਦੀ ਨਹੀਂ ਗੀ, ਪੂਰੇ ਭਾਰਤ ਦੇ ਜਿਹੜੀਆਂ ਭਰਾਤਰੀ ਜਥੇਬੰਦੀਆਂ ਲੜਨ ਵਾਲੀਆਂ ਜਥੇਬੰਦੀਆਂ ਉਹਨਾਂ ਦਾ ਇੱਕ ਸੰਗਠਨ ਬਣਿਆ ਗਿਆ। ਪਹਿਲਾਂ ਲੋਕ ਸਾਨੂੰ ਆਮ ਹੀ ਸਵਾਲ ਕਰਦੇ ਹੁੰਦੇ ਜੋ ਪਿੰਡਾਂ 'ਚ ਜਾਂਦੇ ਹੁੰਦੇ ਸੀ ਵੀ ਤੁਸੀਂ ਯਾਰ ਇਕੱਠੇ ਨਹੀਂ ਹੁੰਦੇ। ਪੰਜਾਬ 'ਚ 30 ਬਣ ਗਈਆਂ, 31 ਬਣ ਗਈਆਂ, 32 ਬਣ ਗਈਆਂ ਜਥੇਬੰਦੀਆਂ। ਹੁਣ ਤਾਂ ਮੈਂ ਕਹਿੰਦਾ ਉਦੋਂ ਬਾਅਦ ਮੋਰਚੇ ਤੋਂ ਬਾਅਦ ਹੋਰ ਵੀ 5-4 ਬਣ ਗਈਆਂ, ਕਿਉਂਕਿ ਸਾਡੇ ਜਿਹੜਾ ਰੁੱਸ ਜਾਂਦਾ ਗਾ ਉਹ ਆਪਦੀ ਜਥੇਬੰਦੀ ਬਣਾ ਲੈਂਦਾ। ਬਿਲਕੁਲ ਜੀ। ਸੋ ਇਹ ਜਿਹੜਾ ਸਕੀਮ ਸੰਯੁਕਤ ਕਿਸਾਨ ਮੋਰਚਾ ਹੈਗਾ ਇਹਦੀ ਅਗਵਾਈ ਦੇ ਹੇਠਾਂ ਫਿਰ ਹੋਈ ਇਕਜੁੱਟ ਹੋਏ ਆ, ਕਿਉਂਕਿ ਲੋਕਾਂ ਦੀ ਡਿਮਾਂਡ ਵੀ ਸੀ ਵੀ ਇਕੱਠੇ ਹੋਵੋ। ਸੋ ਉਹਦੀ ਡਿਮਾਂਡ ਲੋਕਾਂ ਦੀ
ਪੂਰਤੀ ਕਰਕੇ ਉਹਨੂੰ ਤੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਆ। ਜਿਹੜੇ ਲੋਕ ਕਹਿੰਦੇ ਵੀ ਕਾਨੂੰਨ ਰੱਦ ਨਹੀਂ ਹੋਣੇ, ਉਹ ਕਾਨੂੰਨ ਵੀ ਰੱਦ ਕਰਾਏ ਆ। ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਪ੍ਰਾਈਮ ਮਿਨਿਸਟਰ ਨੇ ਮਾਫੀ ਮੰਗ ਕੇ ਕਾਨੂੰਨ ਵਾਪਸ ਲਏ। ਹੁਣ ਇਹ ਵੀ ਕਿਹਾ ਵੀ ਠੀਕ ਹੈ, ਮੈਂ ਗਲਤੀ ਮੰਨਦਾ ਕਿ PM ਨੇ ਸਾਡੇ ਨੇ ਕਿਹਾ ਤੇ ਜਿਹੜੇ ਕਾਨੂੰਨ ਮੇਰੇ ਤੋਂ ਕਿਸਾਨਾਂ ਦੇ ਖਿਲਾਫ ਬਣੇ ਆ ਤਿੰਨੇ ਵੀ ਇਹ ਵਾਪਸ ਲੈਣੇ ਆ। ਤੇ ਇਤਿਹਾਸ ਦੇ ਵਿੱਚ SKM ਨੇ ਵੱਡੀ ਲੜਾਈ ਲੜੀ ਆ। ਬਿਲਕੁਲ ਤੇ ਉਹ ਏਕਾ ਗਾ ਜਿਹੜਾ ਏਕੇ ਦਾ ਸਬੂਤ ਸੀ, ਕਿਉਂਕਿ ਆਪਾਂ ਜੇ ਕਿਸੇ ਦੀ ਉਂਗਲ ਮਾਰੀ ਉਂਗਲ ਟੁੱਟ ਜਾਂਦੀ ਹੈ। ਜੇ ਜਵਾੜਾਂ ਦੇ ਵਿੱਚ ਮੁੱਠੀਆਂ ਮਾਰਾਂਗੇ ਤਾਂ ਜਵਾੜੇ ਨਿਕਲ ਜਾਂਦੇ ਅਗਲੇ ਦੇ। ਸੋ ਜਵਾੜੇ ਏਕੇ ਨੇ ਕੱਢੇ SKM ਨੇ। ਠੀਕ ਆ, ਸਾਡੀ ਵਿਚਾਰਧਾਰਾ ਵੱਖੋ ਵੱਖਰੀ ਹੈ ਸਾਰੀਆਂ ਜਥੇਬੰਦੀਆਂ ਦੀ। ਸੋ ਉਹ ਵਿਚਾਰਧਾਰਾ ਦੇ ਵਖਰੇਵੇਂ ਹੋ ਸਕਦੇ ਆ ਥੋੜ੍ਹੇ ਬਹੁਤੇ ਮਤਭੇਦ, ਤੇ ਉਹ ਆਉਣ ਵਾਲੇ ਸਮੇਂ 'ਚ ਉਮੀਦ ਕਰਦੇ ਆ ਵੀ, ਕਿਉਂਕਿ ਕਿਸਾਨੀ ਸਮੱਸਿਆ ਬਹੁਤ ਵੱਡੀ ਆ। ਸੁਸਾਈਡ ਬਹੁਤ ਹੋ ਰਿਹਾ ਇੱਥੇ, ਖੁਦਕੁਸ਼ੀਆਂ ਬਹੁਤ ਹੋ ਰਹੀਆਂ। MSP ਦੀ ਵੱਡੀ ਲੜਾਈ ਆ, ਪੰਜਾਬ ਦੇ ਬਾਣੀਆਂ ਨੂੰ ਬਚਾਉਣਾ ਗਾ। ਬਹੁਤ ਵੱਡੀਆਂ ਲੜਾਈਆਂ ਹਲੇ ਪੰਜਾਬ ਨੂੰ ਬਚਾਉਣ ਦੇ ਲਈ ਫੇਰ ਲੜਨੀਆਂ ਨੇ। ਇਹ ਤੁਹਾਡੇ ਕੋਲ ਚੱਲ ਰਿਹਾ ਜੀ। ਦੇਖੋ ਵੱਡੀਆਂ ਲੜਾਈਆਂ ਤਾਂ ਹਜੇ ਲੜ ਵੀ ਰਹੇ ਹੈਗੇ, ਲੜਨਾ ਵੀ ਹੈ। ਐ ਨਹੀਂ ਪਤਾ ਆਉਣ ਵਾਲੇ ਫਿਊਚਰ 'ਚ ਕਿੰਨਾ ਚਿਰ ਪੰਜਾਬ ਨੂੰ ਇਸ ਤਰ੍ਹਾਂ ਹੀ ਲੜਾਈਆਂ ਲੜਦੀਆਂ ਰਹਿਣੀਆਂ ਪੈਣਗੀਆਂ। ਪਰ ਜਿਹੜੀ ਗੱਲ ਆਪਾਂ ਮੇਨ ਕਰ ਰਹੇ, ਤੁਸੀਂ ਇਹ ਦੱਸਿਆ ਹੈਗਾ ਕਿ ਆਪਾਂ ਕਿਸਾਨ ਯੂਨੀਅਨ ਉਸ ਟਾਈਮ ਏਕਤਾ ਸੀਗੀ, ਜਿਸ ਟਾਈਮ ਦਿੱਲੀ ਮੋਰਚਾ ਸੀਗਾ, ਫਤਿਹ ਵੀ ਹਾਸਲ ਕੀਤੀ ਹੈ। ਉਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਕਿ ਜਦੋਂ ਕਿਸਾਨ ਯੂਨੀਅਨ ਦੇ ਵਿੱਚ ਜਿਹੜੇ ਵੱਡੇ ਵੱਡੇ ਨਾਅਰੇ ਲਾਉਂਦੇ ਸੀ, ਉਹ ਲੋਕ ਉਸ ਪਾਰਟੀ ਨਾਲ ਸ਼ਾਮਲ ਹੋ ਗਏ ਜਿਹੜੀ ਪਾਰਟੀ ਦਾ ਉਦੋਂ ਵਿਰੋਧ ਕਰਦੇ ਸੀਗੇ। ਕੀ ਹੋਇਆ ਕਿ ਉਹ ਜਿਹੜੇ ਕੁਰਬਾਨੀਆਂ ਸੀ ਉਹ ਸਭ ਭੁੱਲ ਚੁੱਕੇ ਨੇ ਜੀ? ਨਹੀਂ, ਦੇਖੋ ਸਾਡਾ ਕੰਮ ਆ ਲੋਕਾਂ ਨੂੰ ਜਗਾਉਣਾ। ਅਸੀਂ ਤਾਂ ਹੋਕਾ ਦੇ ਕੇ ਜਗਾ ਸਕਦੇ ਹਾਂ, ਭਾਈ ਜਾਗਦੇ ਰਹੋ, ਤੁਹਾਡਾ ਇੱਥੇ ਡਾਕਾ ਪੈ ਰਿਹਾ। ਠੀਕ ਆ, ਪੋਲੀਟੀਕਲ ਸਿਸਟਮ ਇੰਨਾ ਭਾਰੀ ਆ ਤੇ ਲੋਕਾਂ ਨੂੰ ਇਹ ਪ੍ਰੈਸ਼ਰਾਈਜ਼ ਕਰ ਲੈਂਦੇ ਆ ਮੌਕੇ 'ਤੇ ਆ ਕੇ। ਸਾਡੇ ਲੋਕ ਭੋਲੇ ਆ। ਸਾਡੇ ਤਾਂ ਵਿਚਾਰੇ ਲੋਕ, ਜਦੋਂ ਸਾਡੀ 750 ਸ਼ਹਾਦਤ ਹੋਈ ਆ ਕਿਸਾਨਾਂ ਦੀ ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਦੀ, ਉਦੋਂ ਇਹ ਵੀ ਕਹਿੰਦੇ ਹੁੰਦੇ ਪਿੰਡਾਂ 'ਚ ਵੋਟ ਲਾਦੇ ਸੀ ਵੀ ਪਿੰਡਾਂ 'ਚ ਉਹੀ ਲੀਡਰ ਬਣੇਗਾ ਜੋ ਕਿਸਾਨਾਂ ਨਾਲ ਖੜੇਗਾ। ਉਸ ਤੋਂ ਬਾਅਦ ਤਾਂ ਵੋਟਾਂ ਦੇ ਵਿੱਚ ਵੱਖੋ ਵੱਖਰੀਆਂ ਪਾਰਟੀਆਂ ਨਾਲ ਕਾਰਾਂ 'ਤੇ ਚੜ੍ਹ ਕੇ ਸਾਡੇ ਲੋਕ। ਨਹੀਂ, ਉਸ ਟਾਈਮ ਇਹ ਵੀ ਹਾਲਾਤ ਸੀ ਜਦੋਂ ਕੋਈ BJP ਦਾ ਕੋਈ ਟੈਂਟ ਵੀ ਲਗਾਉਂਦਾ, ਟੈਂਟ ਵੀ ਪੱਟੇ ਜਾਂਦੇ ਸੀ। ਠੀਕ, ਨਾਅਰਾ ਵੀ ਨਹੀਂ ਲਾਉਣ ਦਿੰਦੇ ਸੀਗੇ, BJP ਵਾਲ ਨੂੰ ਬੜਨ ਵੀ ਨਹੀਂ ਦਿੰਦੇ ਸੀਗੇ। ਉਸ ਤੋਂ ਬਾਅਦ BJP ਦੇ ਵਿੱਚ ਹੀ ਉਹ ਸਾਰੇ ਸ਼ਾਮਲ ਹੋਣ ਲੱਗ ਗਏ। ਕੀ ਕਾਰਨ ਸੀ? ਨਹੀਂ, BJP 'ਚ ਕੋਈ ਸ਼ਾਮਲ ਹੋਇਆ ਤਾਂ ਉਹਨਾਂ ਨੂੰ ਹੁਣ ਅਸੀਂ ਰੋਕ ਨਹੀਂ ਸਕਦੇ ਜੀ, ਇਹ ਤਾਂ ਡੈਮੋਕ੍ਰੇਸੀ ਹੈ। ਪਰ ਉਹੀ ਗੱਲ ਆ ਵੀ ਇਹ ਉੱਥੇ ਤਾਂ ਵੱਡੇ ਵੱਡੇ ਨਾਅਰੇ ਲਾਉਂਦੇ ਸੀਗੇ, ਆਪਣੇ ਹੀ ਬੰਦੇ ਨੇ, ਆਪਣੀ ਭਾਈਚਾਰਾ ਗਾ। ਕਿਸ ਲਾਲਚ ਦੇ, ਕੀ ਲਾਲਚ ਇਹ ਦਿੱਤੀ ਗਈ ਆ ਕਿ ਉਹ ਇੱਧਰ ਕੁਰਬਾਨੀਆਂ ਨੂੰ ਭੁੱਲ ਕੇ, ਆਪਣੇ ਭਾਈਚਾਰੇ ਨੂੰ ਭੁੱਲ ਕੇ ਲਾਲਚ ਤਾਂ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਸਮਾਂ ਇਲੈਕਸ਼ਨ ਦਾ ਜਦੋਂ ਦੌਰ ਆਉਂਦਾ ਹੈ, ਉਹ 2 ਮਹੀਨੇ ਸਮਾਂ ਇਹੋ ਜਿਹਾ ਹੁੰਦਾ ਗਾ। ਲੋਕ ਵਿਚਾਰੇ ਘਰਾਂ 'ਚੋਂ ਨਿਕਲ ਕੇ ਪੋਲੀਟੀਕਲ ਲੋਕਾਂ ਨਾਲ ਜਾ ਵੜਦੇ। ਕੋਈ ਅਕਾਲੀਆਂ ਮਗਰ ਜਾ ਵੜਿਆ ਜੀ, ਕੋਈ ਕਾਂਗਰਸੀਆਂ ਮਗਰ ਜਾ ਵੜਿਆ, ਕੋਈ BJP ਮਗਰ ਜਾ ਵੜਿਆ। ਹੁਣ ਅਸੀਂ ਉਹ ਲੋਕਾਂ ਨੂੰ ਕਹਿ ਨਹੀਂ ਸਕਦੇ, ਕਿਉਂਕਿ ਅਸੀਂ ਤਾਂ ਇਲੈਕਸ਼ਨ ਨਹੀਂ ਲੜੀ। ਜੇ ਤਾਂ ਇਹ ਇਲੈਕਸ਼ਨ ਲੜਦੇ, ਠੀਕ ਹੈ, ਸਾਡੇ ਕੁਛ ਜਥੇਬੰਦੀ ਦੇ ਆਗੂਆਂ ਨੇ ਲੜੀ ਹੈ, ਪਰ ਅਸੀਂ ਤਾਂ ਉਹਦਾ ਹਿੱਸਾ ਨਹੀਂ ਰਹੇ ਸੀਗੇ। ਜੇ ਇਲੈਕਸ਼ਨ ਲੜਦੇ ਕਹਿੰਦੇ ਭਾਈ ਇੱਧਰ ਨੂੰ ਆਓ, ਹੁਣ ਲੋਕ ਵੀ ਕੀ ਕਰਨ? ਉਹ ਕਹਿੰਦੇ ਨਾ ਤੁਸੀਂ ਆਪ ਆਉਣਾ, ਨਾ ਸਾਨੂੰ ਕਿਸੇ ਨੂੰ ਵੋਟ ਪਾਉਣ ਦਿੰਦੇ ਹੋ। ਜਾਂ ਤਾਂ ਮੁਕੰਮਲ ਜੇ ਹੁਣ ਅਸੀਂ ਬਾਈਕਾਟ ਕਰਦੇ ਹਾਂ ਵੋਟਾਂ ਦਾ। ਡੈਮੋਕ੍ਰੇਸੀ ਦੇ ਵਿੱਚ ਵੋਟ ਪਾਉਣਾ ਵੀ ਬਹੁਤ ਜ਼ਰੂਰੀ ਹੈ। ਇੱਕੋ ਇੱਕ ਸਾਡੇ ਕੋਲ ਹਥਿਆਰ ਹੈ, ਇੱਕੋ ਇੱਕ ਡਾਂਗ ਹੈ, ਇੱਕ ਬੰਦੂਕ ਹੈ, ਜਿਹੜੀ ਅੰਦਰ ਬਟਨ ਦੱਬ ਕੇ ਚਲਾ ਸਕਦੇ ਹਾਂ। ਨਹੀਂ, ਫਿਰ ਉਹ ਬਟਨ ਵਿਰੋਧੀ ਪਾਰਟੀ ਨੂੰ ਕਿਉਂ ਦੱਬਣ ਲੱਗੇ ਜੀ? ਵਿਰੋਧੀਆਂ ਨੂੰ ਕਿਹਨਾਂ ਨੂੰ? ਜਿੰਨਾ ਹੀ ਗੱਲ ਕਰਾਂ, ਜਿਵੇਂ BJP ਦਾ ਉਦੋਂ ਵਿਰੋਧ ਕੀਤਾ ਜਾਂਦਾ ਸੀਗਾ, BJP ਨਾਲ ਹੀ ਲੜਾਈ ਸੀ ਤੇ BJP ਦੇ ਹੱਕ 'ਚ ਜਾਣ ਲੱਗ ਗਿਆ। ਅਸੀਂ ਤਾਂ ਦੇਖੋ ਵਿਰੋਧ ਕਰ ਲਿਆ, BJP ਦੇ ਖਿਲਾਫ ਸੀਗੇ, ਸਾਨੂੰ ਹੁਣ ਵੀ ਰੋਸ ਆ। ਹੁਣ ਜਿਹੜੇ BJP ਦੇ ਕੋਈ ਵਰਕਰ ਹੈ, ਉਹਨਾਂ ਨੂੰ ਜਬਰੀ ਤਾਂ ਆਪਾਂ ਰੋਕ ਨਹੀਂ ਸਕਦੇ। ਉਹਨਾਂ ਦੀ ਗੱਲ ਨਹੀਂ ਕਰ ਰਹੇ ਜੀ, ਜਿਹੜੇ ਆਪਣੇ ਬੰਦੇ ਜਿਹੜੇ ਗਏ ਨੇ। ਨਹੀਂ, ਸਾਡੇ ਨਹੀਂ ਗਏ। ਕੋਈ ਕਿਸਾਨ ਯੂਨੀਅਨ ਦਾ ਨੁਮਾਇੰਦਾ BJP 'ਚ ਨਹੀਂ ਗਿਆ। ਉਹਦਾ ਪੋਲੀਟੀਕਲ ਪਾਰਟੀ ਵਾਲੇ ਆ, ਕੋਈ ਕਾਂਗਰਸ ਛੱਡ ਕੇ BJP 'ਚ ਆ। ਕਈ ਐਸੇ ਦੇਖੇ ਜਿਹੜੇ ਸਰੋਪੇ ਵਗੈਰਾ ਪਾਉਂਦੇ। ਕੋਈ ਨਾ, ਮੈਨੂੰ ਤਾਂ ਨਹੀਂ ਕੋਈ ਲੱਗਦਾ ਵੀ ਕੋਈ ਕਿਸਾਨ ਯੂਨੀਅਨ ਦਾ ਲੀਡਰ BJP 'ਚ ਗਿਆ। ਲੀਡਰ ਨਹੀਂ ਜੀ, ਆਮ ਆਪਾਂ ਪਿੰਡਾਂ ਦੇ ਜਿਹੜੇ ਆਮ ਲੋਕ ਸੀਗੇ, ਪਿੰਡਾਂ ਦੇ ਕਿਸਾਨਾਂ ਨਾਲ ਖੜੇ ਸੀਗੇ, ਉਹਨਾਂ ਦੀ ਗੱਲ ਕਰ ਰਹੇ ਹੈਗੇ। ਪਿੰਡਾਂ 'ਚੋਂ ਵੀ ਦੇਖੋ ਯਾਰ, ਪਿੰਡਾਂ ਦੇ ਵਿੱਚ ਦੇਖੋ ਪ੍ਰਚਾਰ ਵੀ ਹੋ ਰਿਹਾ, ਸਭ ਕੁਝ ਹੋ ਰਿਹਾ ਹੈਗਾ। ਗੱਲ ਪ੍ਰਦੀਪ ਜੀ ਇਹ ਹੈ, ਸਾਡੀ ਕੋਈ ਤਨਖਾਹ ਤਾਂ ਲੱਗੀ ਨਹੀਂ ਵੀ ਅਸੀਂ ਤਾਂ ਹਰੇਕ ਨੂੰ ਝੁੰਬੜਨਾ ਹੀ ਜਾ ਕੇ ਆ। ਇਹ ਤਾਂ ਹੈ ਨਹੀਂ ਵੀ ਅਸੀਂ ਹੁਣ ਹਰੇਕ ਨਾਲ ਲੜੀ ਜਾਈਏ। ਅਸੀਂ ਕਾਨੂੰਨ ਆ ਠੀਕ ਹੈ ਰੱਦ ਕਰਾ ਲਏ। ਜੇ ਕੋਈ ਹੋਰ BJP ਵਾਲਾ ਪੰਗਾ ਛੇੜ ਦੇਣਗੇ ਫਿਰ ਉਹਨਾਂ ਨਾਲ ਲੜਾਈ ਆ। ਅੱਗੇ ਵੀ ਤਾਂ ਡੀੜੇ ਪਾੜੇ ਹੀ ਉਹਨਾਂ ਨੂੰ ਨੰਗੇ ਕਰ ਤੋੜਿਆ। ਜਗਸੀਤ ਤੁਹਾਡੀ ਗੱਲ ਠੀਕ ਹੈ। ਇਹਦੇ ਨਾਲ ਪਤਾ ਕਿਆ ਹੋਇਆ ਹੈਗਾ, ਜਦੋਂ ਇਦਾਂ ਦੇ ਕੰਮ ਹੋਣ ਲੱਗ ਜਾਂਦੇ ਵੀ ਜਿਨ੍ਹਾਂ ਨਾਲ ਅਸੀਂ ਖੜੇ ਸੀਗੇ ਉਹੀ ਬੰਦੇ ਛੱਡ ਕੇ ਦੂਜੇ ਪਾਰਟੀ 'ਚ ਹੋ ਗਏ ਜਿਨ੍ਹਾਂ ਦਾ ਵਿਰੋਧ ਕਰਦੇ, ਕਿਉਂਕਿ ਤੁਹਾਡੇ ਨਾਲ ਹਰ ਵਰਗ ਦਾ ਬੰਦਾ ਖੜਾ ਸੀ। ਤੁਹਾਨੂੰ ਪਤਾ ਗਰੀਬ ਵੀ ਖੜਾ, ਅਮੀਰ ਵੀ ਖੜਾ ਸੀ, ਜਿਹਨੂੰ ਲੱਗਿਆ ਸੀ ਰਾਈਟ ਹੈ। NRI ਭਾਈਚਾਰਾ ਵੀ ਖੜਾ ਸੀਗਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਸ਼ਖਸੀਅਤਾਂ ਕੁਛ ਇਹੀ ਹੈ ਜਿਹੜੀਆਂ ਛੱਡ ਕੇ ਉਹੀ ਪਾਰਟੀਆਂ ਤੋਂ ਉਹਨਾਂ ਦੀ ਹੱਥ ਪੜ ਰਹੇ, ਤਾਂ ਉਹਨਾਂ ਦੀ ਨਾਰਾਜ਼ਗੀ ਤਾਂ ਹੋਏਗੀ ਨਾ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਮੰਨਣ ਵਾਲੀ ਹੈ। ਸਾਡੀ ਯਾਦਾਸ਼ਤ ਬੜੀ ਕਮਜ਼ੋਰ ਹੈ, ਇਹ ਗੱਲ ਹੈਗੀ ਹੈ। ਇਹ ਮੈਂ ਮਾਫੀ ਮੰਗਦਾ ਸੋ ਤੋਂ ਇਹ ਗੱਲ ਦੀ।
ਵੀ ਸਾਡੇ ਪਿੰਡਾਂ ਦੇ ਜਿਹੜੇ ਲੋਕ ਆ ਵਿਚਾਰੇ ਭੋਲੇ ਲੋਕ ਆ, ਪਹਿਲਾਂ ਤਾਂ ਇਹਨਾਂ ਮਗਰ ਲੱਗ ਕੇ ਗੈਂਗਸਟਰ ਬਣਦੇ ਸੀ, ਨਸ਼ੇੜੀ ਬਣਦੇ ਸੀ, ਬਿਲਕੁਲ ਠੀਕ ਹੈ। ਉਹਨਾਂ ਦੇ ਮੁੰਡੇ ਤੁਸੀਂ ਦੇਖਦੇ ਹੀ ਹੋ ਗੈਂਗਵਾਰ ਕਿੰਨਾ ਵਧਿਆ ਹੋਇਆ, ਉਹ ਇਹਨਾਂ ਦੀ ਦੇਣ ਆ ਪੋਲੀਟੀਕਲ ਲੋਕਾਂ ਦੀ। ਸੋ ਹੁਣ ਇਹ ਗੱਲ ਨਹੀਂ ਵੀ ਸਾਰੇ ਉਧਰ ਨੂੰ ਤੁਰ ਪਏ ਪੋਲੀਟੀਕਲ ਪਾਰਟੀ ਨਾ, ਤੁਸੀਂ ਦੇਖੋਗੇ ਦੇਖਿਆ ਹੋਣਾ ਕਿ ਵੈਸੇ ਯੂਥ ਆ ਜਿਹੜਾ ਹੁਣ ਜਥੇਬੰਦੀਆਂ ਵਾਲੇ ਪਾਸੇ ਨੂੰ ਆਉਣਾ ਸ਼ੁਰੂ ਹੋ ਗਿਆ। ਯੂਥ ਮੈਂ ਯੂਥ ਦੀ ਅਗਵਾਈ ਆਪ ਖੁਦ ਕਰਦਾਂਗਾ। ਮੈਨੂੰ ਪਤਾ ਹੀ ਆਹ 2-3 ਸਾਲਾਂ 'ਚ ਯੂਥ ਕਿੰਨਾ ਵਧਿਆ ਜਥੇਬੰਦੀਆਂ, ਮੈਨੂੰ ਪਤਾ ਇਹ ਗੱਲ। ਜਿਹੜੇ ਲੋਕ ਪੋਲੀਟੀਕਲ ਮੁੰਡੇ ਜਿਹੜੇ ਨੌਜਵਾਨ ਸੀ ਉਹ ਪੋਲੀਟੀਕਲ ਲੋਕਾਂ ਨਾਲ ਤੁਰੇ ਸੀ। ਬਿਲਕੁਲ। ਸੋ ਸਾਡੀ ਇਹ ਯਾਦਦਾਸ਼ਤ ਕਮਜ਼ੋਰ ਹੈਗੀ ਹੈ ਵੀ ਯਾਰ ਇੱਕ ਨਾ ਹਰਿਆਣੇ ਦੇ ਵਿੱਚ ਲਾਠੀ ਚਾਰਜ ਹੋਇਆ ਪੁਲਿਸ ਦਾ, ਜਦੋਂ ਸਾਡਾ ਮੂਵਮੈਂਟ ਸਾਡੀ ਚੱਲਦੀ ਸੀ, ਉਹ ਇੱਕ ਦੀ ਉਂਗਲ ਕੱਟਤੀ ਲਾਠੀ ਚਾਰਜ ਦੇ ਵਿੱਚ, ਡਾਂਗਾਂ ਵੱਜੀਆਂ, ਇੱਕ ਦੀ ਅੱਖ ਦੀ ਨਿਗਾਹ ਕਿਸਾਨ ਦੀ ਚਲੀ ਗਈ। ਉਹਨਾਂ ਨੇ ਉਂਗਲ ਕੱਟਣ ਤੋਂ ਬਾਅਦ ਜਾਂ ਅੱਖ ਦੀ ਨਿਗਾਹ ਜਾਣ ਤੋਂ ਬਾਅਦ ਖੱਟਰ ਦਾ ਜਹਾਜ਼ ਹੀ ਨਹੀਂ ਉਤਰਨ ਦਿੱਤਾ, ਨਾ ਜਿਹੜਾ ਦਸੰਤ ਚਟਾਲਾ ਉਹ ਡਿਪਟੀ CM ਉਹਦਾ ਉਤਰਨ ਦਿੱਤਾ। ਉਹਨਾਂ ਵਿਰੋਧ ਇੰਨਾ ਨਾਲੇ BJP ਦੀ ਸਰਕਾਰ ਸੀ। ਪਰ ਤੁਹਾਡੇ ਵਾਲੀ ਗੱਲ ਮੈਂ ਸਹਿਮਤ ਹਾਂ ਵੀ ਯਾਰ ਸਾਡੇ ਤਾਂ 750 ਸ਼ਹਾਦਤ ਦਿੱਤੀ ਆ। ਬਿਲਕੁਲ ਜੀ, ਉਹੀ ਗੱਲ ਵੀ ਅਸੀਂ ਤਾਂ ਸ਼ਹਾਦਤਾਂ ਨੂੰ ਭੁੱਲ ਗਏ, 750 ਸ਼ਹੀਦਾਂ ਨੂੰ ਭੁੱਲ ਕੇ ਅਸੀਂ ਉਹਨਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਤੁਰ ਕੇ ਪੋਲੀਟੀਕਲ ਲੋਕਾਂ ਨਾਲ ਜਾ ਰਹੇ ਹਾਂ। ਇਹ ਤਾਂ ਮੈਂ ਕਹਿੰਦਾ ਜਿਹੜੇ ਲੋਕ ਜਾ ਰਹੇ ਆ ਉਹਨਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ ਵੀ ਭਰਾਵੋ ਤੁਸੀਂ ਇਤਿਹਾਸ ਦੇ ਵਿੱਚ ਕਦੇ ਐਡੀ ਮੂਵਮੈਂਟ ਨਹੀਂ ਦੇਖੀ ਹੋਣੀ। ਠੀਕ ਹੈ, ਮੂਵਮੈਂਟਾਂ ਪਹਿਲਾਂ ਵੀ ਹੋਈਆਂ। ਮੇਰੇ ਪਿਤਾ ਜੀ ਕੰਮ ਕਰਦੇ ਸੀ, 84 'ਚ ਗਵਰਨਰ ਹਾਊਸ ਘੇਰੀ ਰੱਖਿਆ, ਗਵਰਨਰ ਹਾਊਸ ਦੀਆਂ ਸਾਰੀਆਂ ਸੜਕਾਂ ਜਾਮ ਰੱਖੀਆਂ ਨੇ। ਉਦੋਂ ਲੋਕ ਉਦੋਂ ਇਦੋਂ ਵੀ ਵੱਡੀ ਮੂਵਮੈਂਟ ਸੀ। ਉਸ ਤੋਂ ਬਾਅਦ ਵੀ ਲੋਕ ਕਹਿੰਦੇ ਖਿੰਡ ਕੇ ਲੋਕ ਜਦੋਂ ਪੰਜਾਬ ਦੇ ਲੋਕ ਅਣਖੀ ਤੇ ਜੁਝਾਰੂ ਹੈ, ਇਹ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਦੇ। ਜਦੋਂ ਪਤਾ ਵੀ ਸਾਡੀ ਕੌਮ ਤੇ ਭੀੜ ਹੈ, ਸਾਡੀ ਕਿਸਾਨੀ ਤੇ ਭੀੜ ਇਕੱਠੇ ਹੋ ਜਾਂਦੇ ਆ। ਮੇਰੇ ਪਿਤਾ ਜੀ ਦੱਸਦੇ ਰਿਹਾ ਵੀ 1984 'ਚ ਜੋ ਮੇਰੇ ਪਿਤਾ ਜੀ ਕੰਮ ਕਰਦੇ ਸੀ, ਉਦੋਂ ਲੋਕ ਖੀਰ ਦੀਆਂ ਟਰਾਲੀਆਂ ਭਰ ਕੇ ਲੈ ਗਏ ਸੀ ਚੰਡੀਗੜ੍ਹ। ਖੀਰ ਉਸਲਦੀ ਜਾਂਦੀ ਸੀ, ਐ ਨਹੀਂ ਸੀ ਬਈ ਟੱਬ ਪੈ ਕੜਾਇਆ ਪਿਆ, ਪੂਰੀ ਟਰਾਲੀ 'ਚ ਡਾਲੇ ਦੇ ਵਿੱਚ ਲੀਰ ਲਾ ਕੇ ਲੀਕ ਹੋਣ ਤੋਂ ਪੂਰੀਆਂ ਟਰਾਲੀਆਂ ਉੱਥੇ ਲੈ ਗਏ ਸੀ ਖੀਰ ਦੀਆਂ। ਸੋ ਉਦੋਂ ਗਵਰਨਰ ਨੂੰ ਝੁਕਾਇਆ ਸੀ। ਹੁਣ ਇਹ ਜਿਹੜੀ ਮੂਵਮੈਂਟ ਹੈ ਸਾਡੀ, ਇਹ ਐਡੀ ਮੂਵਮੈਂਟ ਬਣ ਚੁੱਕੀ ਹੈ। ਇਹਦੇ 'ਤੇ ਸਬਜੈਕਟ ਸਕੂਲਾਂ ਦੇ ਵਿੱਚ ਸਪੈਸ਼ਲ ਲੱਗਣੇ ਆ, ਸਪੈਸ਼ਲ ਇਹਦੀਆਂ ਕਿਤਾਬਾਂ ਹੋਣੀਆਂ ਨੇ। ਆਉਣ ਵਾਲੇ ਸਮੇਂ 'ਚ ਯਾਦ ਕੀਤਾ ਜਾਊ ਇਹਨੂੰ, ਕਿਉਂਕਿ ਹਾਲੇ ਤਾਂ ਤਾਜ਼ਾ ਹੈਗਾ, ਅਸੀਂ ਆਪ ਲੜਿਆ। ਮੈਨੂੰ ਤਾਂ ਖੁਸ਼ੀ ਆ ਵੀ ਅਸੀਂ ਉਹ ਉਮਰ ਦੇ ਵਾਰਸ ਹਾਂ ਜਦੋਂ ਦਿੱਲੀ ਦੇ ਅੰਦੋਲਨ 'ਚ ਅਸੀਂ ਸ਼ਾਮਲ ਹੋਏ। ਸਾਡੀ ਪੀੜ੍ਹੀ ਨੂੰ ਇਹ ਗੱਲ ਦਾ ਮਾਣ ਆ, ਪ੍ਰਾਊਡ ਫੀਲ ਕਰਨਾ ਚਾਹੀਦਾ ਸਾਨੂੰ। ਤੁਸੀਂ ਇਤਿਹਾਸ ਦੇ ਵਿੱਚ ਕਦੇ ਐਡਾ ਅੰਦੋਲਨ ਨਹੀਂ ਦੇਖਿਆ ਹੋਣਾ। 750 ਠੀਕ ਹੈ, ਪੰਜਾਬੀਆਂ ਦਾ ਪਿਛਲਾ ਇਤਿਹਾਸ ਫਰੋਲ ਲਈਏ, ਜਿੰਨੀਆਂ ਲੜਾਈਆਂ ਲੜੀਆਂ ਨੇ ਉਹਦੇ ਲਈ ਕੁਰਬਾਨੀਆਂ ਦੇਣੀਆਂ ਪਈਆਂ, ਫਿਰ ਜੰਗਾਂ ਜਿੱਤੀਆਂ ਨੇ। ਬਿਲਕੁਲ, ਐਡੀ ਛੇਤੀ ਨਹੀਂ ਵੀ ਜੰਗ ਉਹੀ ਨਾਰਮਲੀ ਜਿੱਤੀ, ਕੁਰਬਾਨੀਆਂ ਦੇ ਕੇ ਹੀ ਹੁਣ ਵੀ ਕੁਰਬਾਨੀ ਦਿੱਤੀ। ਹੁਣ ਵੀ ਮੈਂ ਤੁਹਾਨੂੰ ਦੱਸਦਾ ਬੜੀ ਜਲਦੀ ਹੀ ਭੁੱਲੇ ਜਾ ਰਹੇ ਨੇ। ਅਸੀਂ ਜਿੰਨੀਆਂ ਲੜਾਈਆਂ ਲੜੀਆਂ ਨੇ, ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ, ਅਸੀਂ ਜਿੰਨੀਆਂ ਲੜਾਈਆਂ ਲੜੀਆਂ ਨੇ, ਸਾਡੀ ਪਰੰਪਰਾ ਗਈ ਇੱਕ ਵੀ ਪਹਿਲਾਂ ਕੁਰਬਾਨੀਆਂ ਫਿਰ ਜਿੱਤ। ਉਵੇਂ ਹੀ ਹੁਣ ਹੋਇਆ, ਉਹ ਤਾਂ ਪਰੰਪਰਾ ਦੇ ਮੁਤਾਬਕ ਹੋ ਗਿਆ। 750 ਸਾਡਾ ਕਿਸਾਨ ਸ਼ਹੀਦ ਹੋਇਆ, ਬੜਾ ਸੰਤਾਪ ਮੋਢਿਆਂ 'ਤੇ ਹੜਾਇਆ। ਮੈਂ ਵੀ ਉੱਥੇ 100 ਦਿਨ ਪਹਿਲਾਂ ਬੈਠਾ ਰਿਹਾ, ਤਕਰੀਬਨ 1.25 ਸਾਲ 'ਚੋਂ 2 ਮਹੀਨੇ ਮੇਰੇ ਘਰੇ ਲੱਗੇ। ਬੜੀ ਪਿੰਡਾਂ ਦੇ ਖੁਰਕ ਵੀ ਹੋਈ, ਉਦੋਂ ਕਰੋਨਾ ਦਾ ਵੀ ਬੜਾ ਦੌਰ ਚੱਲਦਾ ਸੀ, ਤਾਂ ਵੀ ਪ੍ਰਵਾਹ ਕਰੀ। ਸੋ ਗੱਲ ਇਹ ਆ ਵੀ ਇਤਿਹਾਸ ਲਿਖਿਆ ਗਿਆ, ਲੋਕ ਇਹ ਨਹੀਂ ਵੀ ਭੁੱਲ ਜਾਣਗੇ। ਕੁਝ ਹੁੰਦੇ ਆ ਜਿਹੜੇ ਪੋਲੀਟੀਕਲ ਲੋਕਾਂ ਮਗਰ ਜਾਣਾ ਹੀ ਜਾਣਾ ਬਈ, ਉਹਨਾਂ ਨੇ ਉਹ ਪਹਿਲਾਂ ਅੰਦੋਲਨ 'ਚ ਵੀ ਨਹੀਂ ਗਏ, ਉਹਨਾਂ ਨੇ ਪੋਲੀਟੀਕਲ ਪਾਰਟੀਆਂ ਮਗਰ ਹੀ ਜਾਣਾ। ਅੰਦੋਲਨ 'ਚ ਵੀ ਅਸੀਂ 6% ਲੋਕ ਦੌੜਨ 'ਚ ਕਾਮਯਾਬ ਹੋਏ ਆ, ਸਾਰੇ ਨਹੀਂ ਸਾਡੇ ਨਾਲ। ਜੇ ਤੁਸੀਂ ਨਹੀਂ, ਉਹੀ ਗੱਲ ਆ ਵੀ ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਜਿਹੜੀ ਭੀੜ ਹੁਣ ਪਈ ਆ, ਰੱਬ ਨਾ ਕਰੇ ਕੱਲ੍ਹ ਨੂੰ ਫਿਰ ਵੀ ਕਿਸ ਤਰ੍ਹਾਂ ਦੀ ਭੀੜ ਪੈ ਸਕਦੀ ਹੈ। ਬਿਲਕੁਲ, ਉਦੋਂ ਵੀ ਇਕੱਠਾ ਹੋਣਾ ਪਵੇਗਾ ਜੀ। ਤੁਸੀਂ ਇਹ ਦੇਖੋ, ਲੋਕ ਏਕਤਾ ਝੰਡੇ ਤੇ ਡੰਡੇ ਦੀ ਲੜਾਈ ਕਿੱਥੇ ਤੱਕ ਪਹੁੰਚੀ। ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਈ ਆ ਸਾਡੇ ਬਿੱਲਾਂ ਦੇ ਉੱਤੇ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਈ, ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਡਿਬੇਟ ਨਹੀਂ ਹੋਈ। ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ UN ਨੂੰ ਇੱਕ ਉਦੋਂ ਚਿੱਠੀ ਲਿਖੀ ਵੀ ਦਿੱਲੀ ਦੀਆਂ ਸਰਹੱਦਾਂ ਦੇ ਜਿਹੜੇ ਲੋਕ ਬੈਠੇ ਆ ਵੀ ਭਾਈ ਉੱਥੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋ ਰਹੀ ਹੈ, ਉੱਥੇ ਕਤਲ ਹੋ ਰਹੇ ਆ, ਜ਼ਿੰਮੇਵਾਰ ਕੌਣ ਆ? ਐਵੇਂ ਨਹੀਂ PM ਸਾਡਾ ਝੁਕ ਗਿਆ, ਪੂਰਾ ਵਰਲਡ ਨੇ ਇਹਨੂੰ ਲਾਹਨਤਾਂ ਪਾਈਆਂ ਨੇ ਸਾਡੇ ਪ੍ਰਾਈਮ ਮਿਨਿਸਟਰ ਨੂੰ। ਫਿਰ ਉਹ ਝੁਕਿਆ ਗਿਆ ਤੇ ਫਿਰ ਜਿੱਤ ਜਿਹੜੀ ਜਿੱਤ ਕੇ ਆਏ ਆ। ਠੀਕ ਹੈ, ਕੋਈ ਤਰੁੱਟੀਆਂ ਰਹਿ ਜਾਂਦੀਆਂ ਨੇ, ਉਹ ਪੂਰੀਆਂ ਕਰਾਂਗੇ ਆਉਣ ਵਾਲੇ ਸਮੇਂ 'ਚ, ਤੇ ਹਰ ਪੱਖੋਂ ਇਮਾਨਦਾਰੀ ਦੇ ਨਾਲ। ਉਹ ਲੋਕਾਂ ਦਾ ਤਾਂ ਕਈ ਤੇ ਇਹ ਵੀ ਗੁੱਸੇ ਹੋ ਜਾਂਦੇ, ਪਤਾ ਨਹੀਂ ਜੀ ਇਹ ਤਾਂ ਬੈਗ ਗਏ ਜੀ, ਇਹ ਤਾਂ ਖਾ ਗਏ ਜੀ, ਬਿਨਾਂ
ਬੇਬੁਨਿਆਦ ਬਿਆਨ ਕਈ ਸਾਡੇ ਹਾਂ leader- ਬਿਲਕੁਲ ਤੁਸੀਂ ਆਪ ਹੀ ਸਹਿਮਤ ਹੋ ਸਾਡੇ ਲੀਡਰ ਵੀ ਬੇਬੁਨਿਆਦ ਲਾਈ ਜਾਂਦੇ ਆ। ਬਿਲਕੁਲ ਭੁੱਲਦੇ ਵੀ ਜਾ ਹਾਲਾਂਕਿ ਰਹੇ ਸਾਨੂੰ ਨੇ। ਪਤਾ ਬਈ ਸਾਡੀ ਕਿਹੜਾ ਤਨਖਾਹ ਲੱਗੀ ਯਾਰ। ਹਾਂ ਭੁੱਲਦੇ ਹੁਣ ਵੀ ਜਾ ਰਹੇ ਨੇ। ਮੈਂ ਆਪਦੀ ਦੱਸਦਾ ਤੁਹਾਨੂੰ, ਮੈਨੂੰ ਮੇਰੇ ਫਾਦਰ ਸਾਹਿਬ ਨੂੰ 11 ਸਾਲ ਹੋ ਗਏ ਅਮਰੀਕਾ ਗਏ ਨੂੰ, 11 ਮੈਨੂੰ ਹੋ ਗਏ। ਰੋਜ਼ ਬਾਈ ਜੀ ਸਾਡੇ ਜਥੇਬੰਦੀ ਨੇ ਮੇਰੇ ਨਾਲ ਜੁੜੇ ਵੇ, ਉਹਨਾਂ ਨੂੰ ਪੁੱਛ ਲਓ 50,000 ਰੁਪਏ ਸਾਡੇ ਜ਼ਿਲ੍ਹੇ ਕੋਲ ਫੰਡ ਨਹੀਂ ਗਾ, ਤੇ 50,000 ਦਾ 2 ਮਹੀਨਾ ਤੇਲ ਖਾਂਦੀ ਹੈ ਕਾਰ ਮੇਰੀ, ਘਰੋਂ ਹੀ ਚੱਲਦੇ ਆ ਬਾਈ ਸਾਰਾ ਕੁਛ। ਸਕਦੀ ਜੇ ਯੂਨੀਅਨ 'ਚ ਨਾ ਹੁੰਦੇ ਉਹਨੂੰ ਪਤਾ ਨਹੀਂ ਜ਼ਮੀਨ ਬਾਇ ਲੈ ਲੈਂਦਾ ਮੈਂ ਵੀ, ਕਿਉਂਕਿ ਮੇਰੀ ਫੈਮਿਲੀ ਬਾਹਰ ਬੈਠੀ ਆ। ਇੱਥੇ ਚੰਗੀ ਜਾਇਦਾਦ ਤਾਂ ਮੈਨੂੰ ਆਮਦਨ, ਉਹਨੂੰ ਤਾਂ ਵਧੀਆ ਆਮਦਨ ਨਾਲ, ਜੇ ਨਾ ਮੇਰਾ ਕੀ ਖਰਚਾ ਸੀ ਕੋਈ। ਆ ਜਥੇਬੰਦੀ ਲਈ ਰੋਜ਼ ਖਰਚੇ ਹੋ ਰਹੇ ਆ। ਸੋ ਯਾਰ ਲੋਕਾਂ ਦਾ ਤਾਂ ਮੂੰਹ ਨਹੀਂ ਫੜ ਲੈਣਾ ਬਈ, ਜਿਹਨੇ ਨਿੰਦਣਾ ਉਹਨੇ। ਉਹ ਮੂਸੇ ਵਾਲਾ ਕਹਿੰਦਾ ਜੀ, ਮੂਸੇ ਵਾਲੇ ਦੇ ਪਿਤਾ ਨਾਲ ਮੈਂ ਇੱਕ ਦਿਨ ਅਫਸੋਸ ਕਰਨ ਗਿਆ, ਉਹ ਕਹਿੰਦਾ ਯਾਰ ਬਾਹਲੀ ਕਾਮਯਾਬੀ ਵੀ ਤੁਹਾਡੇ ਲਈ ਮਾੜੀ ਆ, ਬਿਲਕੁਲ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਆ। ਸੋ ਜਿਆਦਾ ਜੇ ਤੁਸੀਂ ਕਾਮਯਾਬ ਹੋਵੋਗੇ ਲੋਕਾਂ ਨੇ ਤੁਹਾਨੂੰ ਨਿੰਦਣਾ ਹੀ ਨਿੰਦਣਾ ਬਈ। ਕਈ ਤੁਹਾਡੇ ਦੇਰ ਕਈਆਂ ਲਈ, ਹੁਣ ਮੇਰੇ ਤੇ ਲਾ ਲਓ, ਕਈਆਂ ਲਈ ਤਾਂ ਮੈਂ ਰੱਬ ਹੂੰ, ਕਈਆਂ ਨੇ ਜੇ ਮੈਂ ਚੰਗਾ ਕਰਦਾ ਉਹਨਾਂ ਨੇ ਮਾਂ ਦੇ ਪੁੱਤਾਂ ਨੇ ਮੰਨਣਾ ਹੀ ਨਹੀਂ, ਉਹਨਾਂ ਨੇ ਮਾੜਾ ਹੀ ਕਹਿਣਾ ਹਰੇਕ ਗੱਲ 'ਚ। ਨਹੀਂ ਕੋਈ ਸੋ ਜਥੇਬੰਦੀਆਂ ਨੂੰ ਉਵੇਂ ਨਹੀਂ, ਇਹਦਾ ਸੱਚਾਈ ਹੈ, ਉਵੇਂ ਨਿੰਦੀ ਜਾਂਦੇ ਆ ਅਸੀਂ ਜਥੇਬੰਦੀਆਂ ਖੁਦ ਦੇਖਦੇ ਸਾਡਾ ਬੀਤਦੀ ਵੀ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਜਿਨ੍ਹਾਂ ਨੇ ਜਥੇਬੰਦੀਆਂ ਨੂੰ ਨਿੰਦਣਾ ਗਾ ਪ੍ਰਦੀਪ ਜੀ, ਉਹਨਾਂ ਦਾ ਤਾਂ ਆਪਾਂ ਮੂੰਹ ਨਹੀਂ ਫੜ ਲੈਣਾ। ਪਰ ਮੈਂ ਤਾਂ ਸਲੂਟ ਕਰਦਾ ਸਾਡੇ ਨੌਜਵਾਨਾਂ ਨੂੰ, ਸਾਡੇ ਬਾਪੂਆਂ ਨੂੰ, ਜਿਹੜੇ 100-100 ਸਾਲ ਦੇ, ਜਿਨ੍ਹਾਂ ਦੇ ਬਾਈਜਾਂ ਨੂੰ ਜੰਗਾਲ ਲੱਗੀ ਸੀ ਥੱਲੇ ਵਿਚਾਰੇ ਉੱਥੇ ਬੈਠੇ ਸੀ। ਮੈਂ ਤਾਂ ਜਿਹੜੇ ਜਥੇਬੰਦੀਆਂ ਨਾਲ ਤੁਰਦੇ ਆ ਉਹਨਾਂ ਨੂੰ ਸਲੂਟ ਕਰਦਾ ਯਾਰ। ਵਿਚਾਰਿਆਂ ਨੂੰ ਕੋਈ ਪੈਸਾ ਨਹੀਂ ਲੈਣਾ, ਕੋਈ ਉਹਨਾਂ ਦੀ ਤਨਖਾਹ ਨਹੀਂ। ਮੈਨੂੰ ਪਤਾ ਬਾਈ ਜੀ ਉਹ ਕਿਵੇਂ ਭੁੱਖੇ ਮਰਦੇ ਆ, ਭੁੱਖੇ ਰਹਿਣਾ ਪੈਂਦਾ ਉਹਨੂੰ ਜਥੇਬੰਦੀਆਂ ਦੇ ਵਿੱਚ। ਪਤਾ ਨਹੀਂ ਸਾਰੀ ਦਿਹਾੜੀ ਰੋਟੀ ਨਾ ਖਾਈਏ। ਆ ਹੁਣ ਅਸੀਂ ਜਾ ਕੇ ਲਖੀਮਪੁਰ ਖੀਰੀ, ਮੈਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਮੇਰੇ ਡੈਡੀ ਤੋਂ ਬਾਅਦ 6 ਵਾਰੀ ਮੂਵਮੈਂਟ ਦੇ ਵਿੱਚ ਗਿਆ। 6ਵੀਂ ਵਾਰ ਮੈਂ ਬੈਠਾ, ਪਹਿਲਾਂ ਵੀ 5 ਵਾਰੀ ਮੈਂ ਦਿੱਲੀ ਜੰਤਰ ਮੰਤਰ ਮੈਂ ਬੈਠਾ, ਚੌਧਰੀ ਰਕੇਟ ਕਹਿ ਦੇਣਾ ਮੈਂ ਤੁਰ ਕੇ ਆਇਆ। ਮੈਂ ਪਹਿਲਾਂ ਬੜੀਆਂ ਮੂਵਮੈਂਟਾਂ 'ਚ ਮੈਂ ਦਿੱਲੀ ਰਹਿ ਕੇ ਆਇਆਗਾ। ਠੀਕ ਹੈ। ਰਾਮਲੀਲਾ ਗਰਾਊਂਡ 'ਚ 21 ਦਿਨ ਅਸੀਂ ਬੈਠੇ ਰਹੇ ਹਾਂ, ਠੀਕ ਹੈ। ਤੇ 19 ਦਿਨ ਅਸੀਂ ਰਕੇਟ ਕਹਿ ਦੇਣਾ ਉੱਥੋਂ ਹਰਿਦੁਆਰ ਤੋਂ ਤੁਰ ਕੇ ਆਏ, ਕ੍ਰਾਂਤੀਕਾਰੀ ਯਾਤਰਾ ਕੱਢੀ ਆ। ਸੋ ਮੈਂ ਤਾਂ ਆਪਦੇ ਪਿੰਡੇ 'ਤੇ ਸਾਰਾ ਸੰਤਾਪ ਵੰਡਾਇਆ। ਲੋਕਾਂ ਦਾ ਕੀ ਹੈ ਬਈ, ਜਦੋਂ ਅਸੀਂ ਦਿੱਲੀ ਨੂੰ ਜਾਂਦੇ ਹਾਂ ਨਾ, ਟ੍ਰੇਨਾਂ 'ਤੇ ਜਾਂਦੇ ਹਾਂ, ਟ੍ਰੇਨਾਂ 'ਤੇ ਆਉਂਦੇ ਹਾਂ, ਕਿਉਂਕਿ ਉੱਥੇ ਸੀਟਾਂ ਬੁੱਕ ਹੁੰਦੀਆਂ ਨੇ ਸਾਰੀਆਂ। ਅਸੀਂ ਸੌਂਦੇ ਪਤਾ ਕਿੱਥੇ ਆ ਬਈ, ਰੋਟੀ ਕਿੱਥੇ ਬਹਿ ਕੇ ਖਾਂਦੇ, ਘਰੋਂ ਪਰੌਂਠੇ ਲੈ ਕੇ ਜਾਣੇ ਪੈਂਦੇ, ਪੈਸੇ ਨਾ ਲੱਗ ਜਾਣ ਸਾਡੇ। ਇੱਧਰ ਟਾਇਲਟ ਬਾਥਰੂਮ ਹੁੰਦਾ ਗਾ ਉਹਦਾ ਟ੍ਰੇਨ ਦਾ, ਇੱਧਰ ਬਈ ਹੁਣ ਲੋਕ ਪਏ ਹੁੰਦੇ ਆਪਣੀਆਂ ਸੀਟਾਂ, ਉਹ ਜਿਹੜੀ ਵਿਚਾਲੇ ਟਾਕੀ ਕੋਲ ਜਗ੍ਹਾ ਹੁੰਦੀ ਆ ਯਾਰ, ਉੱਥੇ ਅਸੀਂ ਬਹਿੰਦੇ ਹਾਂ, ਉੱਥੇ ਸੌਂਦੇ ਹਾਂ। ਮੈਂ ਲਖੀਮਪੁਰ ਖੀਰੀ ਤੋਂ 9 ਘੰਟੇ ਉੱਥੇ ਬਹਿ ਕੇ ਆਇਆ। ਇੱਧਰ ਬਾਥਰੂਮ ਹੈ, ਇੱਧਰ ਲੋਕ ਬੈਠੇ ਆ, ਤੇ ਉੱਥੇ ਹੀ ਰੋਟੀ ਖਾਧੀ ਆਪਦੀ, ਉੱਥੇ ਚਾਹ ਪੀਤੀ ਹੈ ਬਈ। ਇਹਨੂੰ ਤਾਂ ਲੜਾਈ ਕਹਿੰਦੇ ਆ। ਬਿਲਕੁਲ ਲੜਾਈ ਲੜਨਾ ਤੁਸੀਂ, ਇਹ ਕੋਈ ਮੈਂ ਆਸਾਨ ਨਹੀਂ ਕਰਦਾ ਕਿਸੇ 'ਤੇ ਵੀ ਯਾਰ ਮੈਂ ਤਾਂ ਪਤਾ ਨਹੀਂ ਲੋਕਾਂ ਦੇ ਆਸਾਨ ਕਰਨਾ ਚਾਹੁੰਦਾ, ਮੈਂ ਤਾਂ ਤੁਹਾਡੇ ਲਈ ਉੱਥੇ ਬਹਿ ਗਿਆ, ਉਹ ਆਸਾਨ ਨਹੀਂ। ਪਰ ਮੈਂ ਜਿਹੜੇ ਲੋਕ ਜਥੇਬੰਦੀਆਂ ਮਾੜਾ ਕਹਿੰਦਾ ਉਹਨਾਂ ਨੂੰ ਕਹਿਣਾ ਕਿ ਵੀ ਨਾਲ ਤਾਂ ਬੈਠੋ ਬਈ, ਨਾਲ ਬਹਿ ਕੇ ਦੇਖੋ, ਠੀਕ ਆ। ਯਾਰ ਸਾਨੂੰ ਖੁਸ਼ੀ ਮਿਲਦੀ ਹੈ ਵੀ ਇਹ ਜਥੇਬੰਦੀ ਲਈ ਲੜਦੇ ਆ। ਮੈਨੂੰ ਤਾਂ ਖੁਸ਼ੀ ਆ ਵੀ ਵਿਰਾਸਤ 'ਚ ਗ੍ਰੀਨ ਰੰਗ ਦੀ ਪੱਗ ਮਿਲੀ ਆ ਬਈ। ਮੈਨੂੰ ਵੀ ਤਾਂ ਬੜੇ ਵੱਡੇ ਉਹਦੇ ਆਫਰ ਕਰਿਆ ਪੋਲੀਟੀਕਲ ਲੋਕਾਂ ਨੇ, ਆਪਾਂ ਸਾਰੇ ਨਕਾਰੇ। ਆਪਾਂ ਤਾਂ ਵਿਰਾਸਤ ਸਾਂਭੀ ਹੈ ਜਿਹੜੀ ਸਾਡੀ ਆਉਣ ਵਾਲੀ ਖੇਤੀ ਹੈ, ਸਾਡੀ ਪਿਓ ਦਾਦਿਆਂ ਤੋਂ ਮਿਲੀ ਆ, ਜਿਨ੍ਹਾਂ ਨੇ ਸਾਨੂੰ ਪਹਿਲਾਂ ਬਲਦਾਂ ਨਾਲ ਪੱਧਰ ਕਰੀ ਆ, ਮਗਰ ਛੋਟੇ ਕਰਾਹ ਪਾਏ ਉਹਨਾਂ ਨੇ ਬਲਦਾਂ ਦੇ। ਹੁਣ ਆਧੁਨਿਕ ਜ਼ਮਾਨਾ ਆ ਗਿਆ, ਹੁਣ ਅਸੀਂ ਟਰੈਕਟਰ ਜੌਂਡੀਅਰ ਅਰਜਨ ਆ ਸਾਡੇ ਕੋਲ, ਇਹ ਟਰੈਕਟਰ ਨੇ ਸਵਰਾਜ ਨੇ, ਵੱਖੋ ਵੱਖਰੇ ਟਰੈਕਟਰ ਫੋਰਡ ਹੋਲੈਂਡ, ਹੁਣ ਉਹਨਾਂ ਨਾਲ ਹੀ ਖੇਤੀ ਕਰ ਰਹੇ। ਜਾਨੀ ਅਸੀਂ ਤਾਂ ਉਹਦੀ ਵਿਰਾਸਤ ਨੂੰ ਬਚਾਉਣਾ। ਜਿਹੜੀ ਵਿਰਾਸਤ ਹੀ ਨਾ ਬਚੀ ਫਿਰ ਕੀ ਰਹੂਗਾ? ਕੁਝ ਵੀ ਨਹੀਂ। ਉਹ ਤਾਂ ਹੈ ਬਿਲਕੁਲ। ਤੁਸੀਂ ਆਪਣੀ ਜਿਹੜੀ ਪਰੰਪਰਾ ਚੱਲਦੀ ਹੈ ਉਹ ਤੇ ਹੀ ਅਟਲ ਹੋਗੇ, ਉਹ ਤੇ ਹੀ ਚੱਲ ਰਹੇ ਹੋਗੇ। ਕੁਝ ਮੁੱਦਿਆਂ ਨੂੰ ਲੈ ਕੇ ਵੀ ਤੁਸੀਂ ਚੱਲ ਰਹੇ ਹੋਗੇ, ਉਹ ਕਿਹੜੇ ਮੁੱਦੇ ਉਹ ਜਾਣਨਾ ਚਾਹਾਂਗੇ ਅਸੀਂ। ਮੁੱਦੇ ਬਾਈ ਜੀ ਇਹ ਹੈ, ਇੱਕ ਤਾਂ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਕੇਂਦਰ ਦੀ ਸਰਕਾਰ ਜੀ। ਜਦੋਂ ਮੂਵਮੈਂਟ ਖਤਮ ਕਰੀ ਆ, ਉਹਨਾਂ ਨੇ ਕਿਹਾ ਸੀ MSP ਤੇ ਕਮੇਟੀ ਬਣਾਵਾਂਗੇ, ਮਿਨੀਮਮ ਸਪੋਰਟ ਪ੍ਰਾਈਸ, ਤੇ ਜਿਹੜੇ ਪਰਚੇ ਆ ਪੂਰੇ ਇੰਡੀਆ ਦੇ ਵਿੱਚ ਉਹ ਅੰਦੋਲਨ ਦੌਰਾਨ ਹੋਏ ਸੀ, ਉਹ ਸਾਰੇ ਵਾਪਸ ਲਵਾਂਗੇ। ਲਖੀਮਪੁਰ ਖੀਰੀ ਜਿਹੜੇ ਅਜੇ ਮਿਸਰਾ ਵਰਗੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਵਿਸ਼ੇ ਰੱਖਾਂਗੇ। ਕਰਤਾ ਉਲਟ, ਵਾਅਦਾ ਕਰਕੇ ਮੁੱਕਰ ਗਏ। ਇੱਕ ਤਾਂ ਇਹਨਾਂ ਦੀ ਵਾਅਦਾ ਖਿਲਾਫੀ ਦੇ ਖਿਲਾਫ ਸਾਡੀ ਲੜਾਈ ਹੈ, ਇੱਕ ਤਾਂ MSP ਦੀ ਲੜਾਈ ਚੱਲ ਰਹੀ ਆ, ਠੀਕ ਹੈ। ਬੇਸ਼ੱਕ ਜੇ MSP ਮੰਗਣ ਨਹੀਂ ਗਏ ਸੀ, ਇਹ ਤਾਂ ਕਾਨੂੰਨ ਰੱਦ ਕਰਾਉਣਗੇ। ਆਲਰੇਡੀ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ MSP ਮਿਲ ਰਹੀ ਆ, ਪਰ ਮਿਲ 2 ਫਸਲਾਂ ਤੇ ਰਹੀ ਆ, ਕਣਕ ਤੇ ਝੋਨੇ ਤੇ। ਇਹ ਕਹਿੰਦੇ ਕੀ ਆ, ਵਾਅਦਾ ਇਹਨਾਂ ਦਾ ਕੀ ਆ? ਸਭੀਆਂ ਫਸਲਾਂ ਦੇ, ਆਲੂਆਂ ਦੇ, ਸੂਰਜਮੁਖੀ ਦੇ, ਨਰਮੇ ਦੇ, ਕਪਾਹ ਦੇ, ਮੂੰਗੀ ਦੇ, ਗੰਨੇ ਦੇ, ਤੇ ਦਾਲਾਂ ਦੇ, ਹੋਰ ਕਈ ਚੀਜ਼ਾਂ ਤੇ ਇਹਨਾਂ ਨੇ ਕਿਹਾ ਸਾਨੂੰ। ਸੋ ਅਸੀਂ ਕਹਿੰਦੇ ਵੀ
ਕਿਸਾਨ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਵੀ ਕਣਕ ਦੇ ਝੋਨੇ ਚੋਂ ਕੱਢਿਆ ਜਾਵੇ। ਡਿਵਰਸੀਫਿਕੇਸ਼ਨ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਉਹਦੇ 'ਚ, ਜੇ ਐਮਐਸਪੀ ਮਿਲੂਗੀ। ਬਿਲਕੁਲ, ਕਿਉਂਕਿ ਝੋਨਾ ਲੋਕਾਂ ਨੂੰ ਕੀ ਲੋੜ ਹੈ, ਜੇ ਹੋਰ ਫਸਲ ਦਾ ਸਾਨੂੰ ਭਾਅ ਮਿਲੂ, ਪੰਜਾਬ ਨੂੰ ਜ਼ਰੂਰੀ ਬੰਜਰ ਬਣਾਉਣਾ, ਜ਼ਰੂਰੀ ਪਾਣੀ ਥੱਲੇ ਸੁੱਟਣਾ। ਉਹੀ ਮੈਂ ਗੱਲ ਕਰਨ ਲੱਗਿਆ ਵੀ ਕੱਲਾ ਝੋਨਾ ਹੀ ਐਸਾ ਜਿਹੜਾ ਪੰਜਾਬ ਦਾ ਪਾਣੀ ਖਤਮ ਕਰਦਾ ਜਾ ਰਿਹਾ ਹੈਗਾ, ਇਹਦੇ ਬਾਰੇ ਕਿਸਾਨ ਇੰਨੀ ਟੈਨਸ਼ਨ ਕਿਉਂ ਲੈ ਰਹੇ? ਅਸੀਂ ਤਾਂ ਬਾਈ ਜੀ ਝੋਨਾ ਦਾ ਦੂਸਰੀ ਗੱਲ ਹੈ, ਝੋਨਾ ਆਪਾਂ ਆਪਣੇ ਲਈ ਨਹੀਂ, ਆਪਾਂ ਬਾਹਰਲੇ ਲਈ ਬੀਜ ਰਹੇ ਹਾਂ। ਅਸੀਂ ਤਾਂ ਲੋਕਾਂ ਦੇਖੋ, ਜਿਹੜਾ ਪੰਜਾਬ ਦਾ ਕਿਸਾਨ ਹੈ ਇਹ ਦੇਸ਼ ਦੇ 70% ਅਨਾਜ ਭੰਡਾਰ ਦੇ ਵਿੱਚ ਹਿੱਸਾ ਪਾਉਂਦਾ, 70% ਕੱਲਾ ਪੰਜਾਬ। ਸੋ ਅਸੀਂ ਤਾਂ ਕਹਿੰਦੇ ਵੀ ਝੋਨੇ ਦਾ ਇਹਦਾ ਡੱਕਾ ਵੀ ਨਹੀਂ ਲਾਉਣਾ ਚਾਹੁੰਦੇ ਆ, ਸਾਨੂੰ ਐਮਐਸਪੀ ਦੇ ਦਿਓ। ਜੇ ਤੁਸੀਂ ਐਮਐਸਪੀ ਵੀ ਨਹੀਂ ਦੇਣੀ, ਪੰਜਾਬ ਮਰ ਰਿਹਾ ਚਿੱਟੇ ਦੇ ਨਾਲ। ਸਾਡਾ ਵਿਰਾਸਤੀ ਨਸ਼ਾ ਗਾ ਅਫੀਮ ਤੇ ਭੁੱਕੀ। ਅਸੀਂ ਨਹੀਂ ਕਹਿੰਦੇ ਲੀਗਲ ਅਨਲੀਗਲ, ਲੀਗਲ ਤੌਰ 'ਤੇ ਅਫੀਮ ਭੁੱਕੀ ਵੀ ਨਾ ਦਿਓ, ਪਰ ਸਰਕਾਰ ਤਾਂ ਹੁਣ ਵੀ ਅਫੀਮ ਆ ਜਿਹੜੀ ਮਾਫੀਆ ਦੇ ਰਾਹੀਂ ਬਾਹਰਲੀਆਂ ਕੰਟਰੀਆਂ ਤੋਂ ਮੰਗਾਉਂਦੀ ਹੈ, ਕਿਉਂਕਿ ਦਵਾਈਆਂ ਦੇ ਵਿੱਚ ਅਫੀਮ ਪੈਂਦੀ ਹੈ। ਪੰਜਾਬ ਦੇ ਕਿਸਾਨ ਤੋਂ ਕਿਉਂ ਨਹੀਂ ਪੈਦਾ ਕਰਾ ਸਕਦੇ ਤੁਸੀਂ? ਜੇ 52 ਕੰਟਰੀਆਂ ਦੇ ਵਿੱਚ ਹੋ ਰਹੀ ਹੈ, 24-25 ਸਟੇਟਾਂ ਦੇ ਵਿੱਚ ਹੋ ਰਹੀ ਹੈ ਆਪਣੇ, ਤੇ ਪੰਜਾਬ ਨਾਲ ਵਿਤਕਰਾ ਕਿਉਂ? ਪੰਜਾਬ ਨੂੰ ਕਦੋਂ ਬੰਜਰ ਬਣਾਉਂਦੇ ਲੱਗੇ ਹੋ? ਤੁਸੀਂ ਲੀਗਲ ਤੌਰ ਤੇ ਕਹੋ ਵੀ ਭਾਈ 2 ਕਿੱਲੇ ਬਜਾਵਾਂਗੇ, ਸਰਕਾਰ ਸਾਨੂੰ ਲਾਇਸੈਂਸ ਦੇਵੇ 2 ਕਿੱਲਿਆਂ ਦਾ। ਖਸਖਾ ਦੀ ਖੇਤੀ ਤਾਂ ਕਰਾ ਹੀ ਸਕਦੇ ਇਹ, ਖਸਖਾ ਸਾਥੋਂ ਲੈ ਜਾਣ, ਅਫੀਮ ਕੱਢੀ ਜਾਣੇ। ਤੁਹਾਨੂੰ ਕੀ ਲੱਗਦਾ ਸਟੇਟ ਗਵਰਨਮੈਂਟ ਦੇ ਹੱਥ ਹੈ ਜਾਂ ਮਤਲਬ ਸੈਂਟਰ ਵੱਲੀ ਹੋਏ ਪ੍ਰੈਸ਼ਰ? ਇਹ ਸੈਂਟਰ ਦੇ ਹੱਥ ਹੈ। ਸਟੇਟ ਗਵਰਨਮੈਂਟ ਨੂੰ ਅਸੀਂ ਦਬਾਅ ਵੀ ਪਾਵਾਂਗੇ ਹੁਣ, ਤੇ ਨਹੀਂ ਅਸੀਂ ਤਾਂ ਅੱਗੇ ਵੀ ਕਈ ਜਨਤਕ ਥਾਵਾਂ ਜਿਹੜੀਆਂ ਖਾਲੀ ਪਈਆਂ ਜਿੱਥੇ ਸੁੱਖੇ ਦਾ ਆਪਣੇ ਜ਼ਿਆਦੇ ਆ ਭੰਗ, ਵੀ ਉੱਥੇ ਭਾਈ ਜਿੱਥੇ ਭੰਗ ਆ ਸੀ ਉੱਥੇ ਖਸਖਸ ਦਾ ਸਿੱਟਾ ਮਾਰ ਦਾਂਗੇ। ਹੁਣ ਯਾਰ ਖਸਖਸ ਸਾਨੂੰ ਬੀਜਣ ਨਹੀਂ ਦਿੰਦੇ। ਤੁਸੀਂ ਆ ਕਰਿਆਨੇ ਦੀ ਦੁਕਾਨ ਤੇ ਜਾੜੋ, ਮੇਰੇ ਬਾਹਰ ਕਰਿਆਨੇ ਦੀ ਦੁਕਾਨ ਆ, ਉੱਥੇ ਤੁਸੀਂ ਕਹਿ ਦੋ ਖਸਖਸ ਦੇ ਕਿਲੋ ਦੀ ਦੇ ਦੂ ਉਹ, ਫਿਰ ਉਹ ਕਿੱਥੋਂ ਆਉਂਦੀ ਆ? ਜੋ ਪੰਜਾਬ 'ਚ ਵੇਚਣ ਨਹੀਂ ਦਿੰਦੇ, ਤੁਸੀਂ ਬਾਹਰੋਂ ਖਸਖਸ ਮੰਗਾ ਰਹੇ ਹੋ। ਪੰਜਾਬ 'ਚ ਜੇ ਪੰਜਾਬ ਦੇ ਪਾਣੀ ਨੂੰ ਬਚਾਉਣਾ, ਇੱਥੇ ਖਸਖਸ ਦੀ ਖੇਤੀ ਸ਼ੁਰੂ ਕਰਾ ਦੇਣ, ਨਾਲੇ ਰਵਾਇਤੀ ਨਸ਼ਾ ਗਾ। ਤੁਹਾਡੇ ਵੱਲੋਂ ਹੈ ਇਸ ਮੁੱਦੇ ਨੂੰ ਲੈ ਕੇ? ਅਸੀਂ ਮੁੱਦਾ ਚੱਕ ਰਹੇ ਹਾਂ, ਅਸੀਂ ਮੁੱਦਾ ਚੱਕ ਰਹੇ ਹਾਂ ਵੀ ਯਾਰ ਪੰਜਾਬ ਨੂੰ ਬਚਾ ਲਓ ਲੀਗਲ ਤੌਰ 'ਤੇ। ਮੈਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ, ਕਈ ਕਮੈਂਟ ਕਰਨਗੇ ਵੀ ਨਸ਼ੇ ਨੂੰ ਪ੍ਰਮੋਟ ਕਰ ਦਿੰਦਾ। ਸਾਡੇ ਪਹਿਲਾਂ ਦਾਦੇ ਬਾਪੂ ਸਾਡੇ ਅਫੀਮ ਖਾਂਦੇ ਸੀ, ਤੁਸੀਂ ਉਹ ਦੇਖ ਲਓ ਵੀ ਉਹ 120 ਸਾਲਾਂ ਦੇ ਹੋ ਕੇ ਮਰਦੇ ਸੀ। ਅੱਜ ਸਾਡੇ ਮੁੰਡੇ ਚਿੱਟਾ ਪੀਂਦੇ ਆ, ਉਹ 20 ਸਾਲਾਂ ਦੇ ਮਰੀ ਜਾਂਦੇ ਆ ਯਾਰ। 100 ਸਾਲ ਦੇਖੋ, ਸ਼ਰਾਬ ਦੇ ਠੇਕੇ ਵੀ ਅਣਗਿਣਤ ਖੁੱਲ ਰਹੇ ਨੇਗੇ, ਰੇਟ ਵੀ ਵਧੇ ਨੇ, ਉਹ ਵੀ ਤਾਂ ਲੋਕ ਪੀ ਰਹੇ, ਉਹ ਵੀ ਨਸ਼ੇ ਵਿੱਚ ਹੀ ਆ ਰਹੇ ਨੇ। ਜਿਵੇਂ ਹੁਣ ਸ਼ਰਾਬ ਦੇ ਠੇਕੇ ਹੈ, ਜਾਂ ਤਾਂ ਇਹ ਵੀ ਬੰਦ ਕਰ ਦੇਣ। ਬਿਲਕੁਲ ਨਸ਼ੇ ਵਿੱਚ ਹੀ ਆ ਰਹੇ। ਹਾਂ, ਜਾਂ ਫਿਰ ਯਾਰ ਹੁਣ ਤੁਸੀਂ ਅਮਰੀਕਾ ਕੈਨੇਡਾ ਦੇ ਵਿੱਚ ਬੈਨ ਸੀਗੀ ਇਹਦੇ ਤੇ ਸੁੱਖੇ ਤੇ, ਉਹਨਾਂ ਨੇ ਬੈਨ ਖਤਮ ਕਰ ਦੀ। ਉਹ ਕਹਿੰਦੇ ਖੋਲ ਦਿਓ ਉੱਤੇ ਬੈਨ, ਉੱਥੇ ਲੀਗਲ ਤੌਰ 'ਤੇ ਹੁਣ ਤੁਸੀਂ ਲੈ ਸਕਦੇ ਹੋ ਕਰਿਆਨੇ ਦੀ ਦੁਕਾਨ ਤੋਂ। ਜੇ ਕਿਸੇ ਦਾ ਮੋਢਾ ਦੁਖਦਾ ਗਾ, ਉੱਥੇ ਤੁਸੀਂ ਜਿਹੜੀ ਸੁੱਖੇ ਤੋਂ ਦਵਾਈ ਬਣਦੀ ਉਹ ਮਲ ਸਕਦੇ ਹੋ, ਮੋਢਾ ਠੀਕ, ਹੱਥ ਦੁਖਦਾ, ਸਿਹਤ ਦੀਆਂ ਕਈ ਚੀਜ਼ਾਂ ਲਈ ਉਹਨਾਂ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਬੈਨੀਫਿਟ। ਹਾਂ, ਹੁਣ ਵੀ ਯਾਰ ਅਫੀਮ ਤੁਸੀਂ ਇਹ ਦੇਖ ਲਓ, ਇਹਦੇ ਮਾਫੀਆ ਬਣ ਗਿਆ ਲੀਡਰ ਜਿਹੜੇ ਸਾਡੇ, ਇਹ ਅਫੀਮ 'ਚੋਂ ਪੈਸੇ ਕਮਾਉਣ ਲੱਗੇ, ਬਾਹਰੋਂ ਮੰਗਾਉਂਦੇ, ਕਮਿਸ਼ਨ ਕਰਦੇ ਆ ਵਿੱਚੋਂ ਇਹ। ਅਸੀਂ ਤਾਂ ਕਹਿੰਦੇ ਵੀ ਪੰਜਾਬ ਦੀ ਧਰਤੀ ਹੈ ਜਿਹੜੀ ਇੰਨੀ ਉਪਜਾਊ ਤੇ ਸੋਨੇ ਰੰਗੀ ਧਰਤੀ, ਇੱਥੋਂ ਤਾਂ ਕੋਈ ਚੀਜ਼ ਪੈਦਾ ਕਰਾ ਲੈਣ, ਸਰਕਾਰ ਦੀ ਜ਼ਿੰਮੇਵਾਰੀ ਹੈ ਨਾ। ਸਾਨੂੰ ਤਾਂ ਜਿਹੜੀ ਚੀਜ਼ ਦਾ ਰੇਟ ਦੇਣਗੇ ਅਸੀਂ ਤਾਂ ਪੈਦਾ ਕਰਨ ਤਿਆਰ ਬੈਠੇ ਆ, ਕੁਝ ਪੈਦਾ ਕਰਾ ਲੈਣੇ ਸਾਨੂੰ, ਅਸੀਂ ਤਾਂ ਉਹੀ ਚੀਜ਼ ਪੈਦਾ ਕਰਕੇ ਦੇ ਦਾਂਗੇ ਇਹਨਾਂ ਨੂੰ। ਬਿਲਕੁਲ। ਸੋ ਸਾਡੀਆਂ ਮੰਗਾਂ ਨੇ। ਦੂਜੀ ਵੱਡੀ ਮੰਗ ਇਹ ਹੈ, ਇੱਕ ਤਾਂ ਐਮਐਸਪੀ ਲੜਾਈ ਹੋ ਗਈ, ਇੱਕ ਭਾਖੜਾ ਬਿਆਸ ਮੈਨੇਜਮੈਂਟ ਕਮੇਟੀ ਜਿਹੜੀ, ਉਹਦੇ 'ਚੋਂ ਪੰਜਾਬ ਨੂੰ ਬਿਲਕੁਲ ਬਾਹਰ ਕਰਦਾ, ਇਹਦੀ ਦਖਲਅੰਦਾਜ਼ੀ ਬੰਦ ਕਰ ਦਿੱਤੀ। ਉੱਥੇ ਸਾਡਾ ਕੋਈ ਮੈਂਬਰ ਨਹੀਂ ਲੈਣਾ ਕਹਿੰਦੇ ਪੰਜਾਬ ਦਾ, ਉੱਥੇ ਕੋਈ ਚੇਅਰਮੈਨ ਨਹੀਂ ਸਾਡਾ, ਉੱਥੇ ਕੋਈ ਵਾਈਸ ਚੇਅਰਮੈਨ ਨਹੀਂ। ਇਹ ਬਾਈ ਜੀ ਪਹਿਲਾਂ ਤਾਂ ਪੋਲੀਟੀਕਲ ਲੋਕਾਂ ਨੂੰ ਇਹ ਮੁੱਦੇ ਚੱਕਣੇ ਚਾਹੀਦੇ ਆ, ਜਿਹੜੇ ਸੱਤਾ ਹੁਣ ਰਾਜ ਸੱਤਾ ਦੇ ਵਿੱਚ ਆਉਂਦੇ ਆ, ਜਿਹੜੇ ਚੰਗੇ ਤਨਖਾਹਾਂ ਲੈਂਦੇ ਐਮਐਲਏ ਮਿਨਿਸਟਰ ਬਣ ਕੇ, ਜਿਹੜੀਆਂ ਚੰਗੀਆਂ ਕਾਰਾਂ ਦੇ ਘੁੰਮਦੇ, ਜਿਹੜੇ ਚੰਗੀਆਂ ਮੂਹਰੇ ਪਾਇਲਟ ਸਾਈਲਟ ਲਾਈ ਫਿਰਦੇ ਆਪਦੇ, ਉਹਨਾਂ ਨੂੰ ਮੁੱਦੇ ਚੱਕਣੇ ਤਾਂ ਹੁਣ ਸਾਰਾ ਬੋਝ ਹੀ ਜਥੇਬੰਦੀਆਂ ਦੇ ਪਤਾ। ਲੜਾਈ ਦਾ ਕਹਿੰਦੇ ਤੁਸੀਂ ਲੜੋ, ਬਸ ਤੁਸੀਂ ਲੜਨ ਲਈ ਹੋ, ਅਸੀਂ ਏਸੀਆਂ 'ਚ ਬਹਿ ਕੇ ਲੋਕਾਂ ਦੇ ਗਲ ਘੁੱਟਣੇ ਆ। ਸੋ ਇਹਨਾਂ ਨੂੰ ਤਾਂ ਸਾਨੂੰ ਯਾਰ ਇਹਨਾਂ 'ਤੇ ਤਾਂ ਭਰੋਸਾ ਨਹੀਂ, ਚਾਹੇ ਕੋਈ ਆਪ ਆ, ਚਾਹੇ ਅਕਾਲੀ ਆ, ਚਾਹੇ ਕਾਂਗਰਸੀ। ਇਹਦਾ ਜੇ ਪਾਣੀ ਦੀ ਗੱਲ ਕਰ ਰਹੇ ਹੋ, ਪਾਣੀ ਦੇ ਲੈ ਕੇ ਵੀ ਮੁੱਦਾ ਤੁਸੀਂ ਛੇੜਿਆ ਹੋਇਆ ਕੋਈ ਸਟੇਟ ਲਈ? ਪਾਣੀ ਦੇ ਸਾਡਾ ਪਰਸੋਂ ਪੰਜਾਬ ਦੀ ਮੀਟਿੰਗ ਸੀ, ਵੱਡਾ ਬਿਆਨ ਲੱਗਦਾ ਗਾ, ਜੇ ਅਸੀਂ 3 ਕਾਨੂੰਨ ਰੱਦ ਕਰਾ ਸਕਦੇ ਹਾਂ ਨਾ, SYL ਤੇ ਹੁਣ ਖੇਡ ਰਿਹਾ ਕੇਜਰੀਵਾਲ ਸਾਹਿਬ, ਉੱਥੇ ਬਿਆਨ ਹੋਰ ਦਿੰਦੇ, ਹਰਿਆਣੇ 'ਚ ਪੰਜਾਬ 'ਚ ਆ ਕੇ ਹੋਰ। ਇਹ ਨਹੀਂ ਹੋਣਾ, ਪੰਜਾਬ ਦਾ ਧੋਖਾ ਨਹੀਂ ਦੇਵਾਂਗੇ, ਮਰ ਜਾਵਾਂਗੇ। ਜਿਹੜਾ ਰਾਜਸਥਾਨ ਨੂੰ ਪਾਣੀ ਜਾ ਰਿਹਾ ਜੀ, ਦੇਖੋ ਅਸੀਂ ਇਹੀ ਕਹਿੰਦੇ ਹਾਂ, ਠੀਕ ਹੈ, ਜੇ ਸਾਡੇ ਕੋਲ ਪੰਜਾਬ ਤੋਂ ਪਾਣੀ ਵਾਧੂ ਤਾਂ ਪੰਜਾਬ ਇਹ ਤੇ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਸਾਡਾ ਰਾਈਟ ਹੈ। ਨਹੀਂ, ਰਾਜਸਥਾਨ ਨੂੰ ਪਾਣੀ ਜਾ ਰਿਹਾ ਬਹੁਤ ਸਮੇਂ ਤੋਂ, ਉਹ ਵੀ ਉਹਦੀ ਕੀਮਤ ਰੱਖੀ ਸੀ। ਸੁਣੋ, ਇਸ ਟਾਈਮ ਕਰੋੜਾਂ ਰੁਪਏ ਉਹ ਕਰਜ਼ਾ ਹੀ ਆਪਣਾ ਹੋਇਆ। ਮੈਂ ਤੁਹਾਨੂੰ ਇਸੇ ਗੱਲ ਤੇ ਕਹਿਣਾ
ਰਿਪੇਰੀਅਨ ਕਾਨੂੰਨ ਮੁਤਾਬਕ ਜੇ ਕੋਈ ਸਟੇਟ ਕੋਲਾ ਪੈਦਾ ਕਰਦੀ ਹੈ ਤਾਂ ਕੋਲਾ ਉਹਦਾ ਗਾ, ਜੇ ਪੱਥਰ ਪੈਦਾ ਕਰਦੀ ਹੈ ਪੱਥਰ ਉਹਦਾ ਹੈ। ਸੇ ਸਾਡਾ ਪਾਣੀ ਪੈਦਾ ਅਸੀਂ ਕਰਦੇ ਹਾਂ ਤੇ ਜਾਂ ਉਹਨੂੰ ਫਰੀ ਰਿਹਾ, ਅਸੀਂ ਤਾਂ ਮੰਗ ਕਰਦੇ ਵੀ ਉਹਨਾਂ ਤੋਂ ਯਾਰ ਜਿਹੜਾ ਬਣਦਾ ਸਾਡੇ ਵਸੂਲੀ ਕਰੋ ਉਹਨਾਂ ਤੋਂ, ਵਸੂਲੀ ਬਿਲਕੁਲ ਠੀਕ ਹੈ। ਇਹੀ ਗੱਲ ਹਰਿਆਣਾ ਸਾਡੀ ਐਡੀ ਮੂਵਮੈਂਟ ਤੇ ਸਾਡਾ ਸਾਥ ਦਿੱਤਾ। ਇਹ ਨਹੀਂ ਵੀ ਹਰਿਆਣੇ ਦੇ ਕਿਸਾਨਾਂ ਨੂੰ ਕਹਿੰਦੇ ਨਹੀਂ, ਜੇ ਸਾਡੇ ਕੋਲ ਵੱਧ ਪਾਣੀ ਹੈ ਤਾਂ ਦੇ ਦਿਓ ਬਈ। ਜਦੋਂ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਦੇ ਵਿੱਚ ਦੌਰ ਦੇ ਵਿੱਚ ਗੁਜ਼ਰਿਆ, ਹਰੇਕ ਸਾਲ ਅਰਥ ਸ਼ਾਸਤਰੀ ਜਿਹੜੇ ਬੁੱਧੀਜੀਵੀ ਕਹਿ ਰਹੇ ਆ ਵੀ ਜੇ ਤੁਸੀਂ 6 ਫੁੱਟ ਪਾਣੀ ਜਾ ਰਿਹਾ ਹੈਗਾ ਥੱਲੇ, ਜੇ ਇੰਨੀ ਤੇਜ਼ੀ ਨਾਲ ਪਾਣੀ ਥੱਲੇ ਜਾ ਰਿਹਾ 6 ਤੋਂ 10 ਫੁੱਟ, ਤਾਂ ਆਉਣ ਵਾਲੇ 40 ਸਾਲਾਂ ਨੂੰ ਤੁਸੀਂ ਬੰਜਰ ਦੇਖੋਗੇ ਪੰਜਾਬ ਨੂੰ। 40 ਸਾਲ ਤਾਂ ਬਹੁਤ ਲੰਬੇ ਕਿਹਾ, ਤੇ ਸੁਣਨ ਚ ਵੀ ਹੈ ਵੀ 17-18 ਸਾਲ ਤੱਕ ਹੀ ਚਲੋ ਹਾਂ ਮੈਂ ਤਾਂ ਚਲੋ 17-18 ਸਾਲ ਤੱਕ ਮਤਲਬ ਪਾਣੀ ਦੀ ਮਤਲਬ ਤਰਸਣਾ ਸ਼ੁਰੂ ਹੋ ਜਾਣਗੇ, ਖਤਮ 40 ਸਾਲ ਤੇ ਹੋਈ ਜਾਣਾ। ਸੋ ਅਸੀਂ ਜਿਹੜੀ ਮੂਵਮੈਂਟ ਇਹਦੇ ਤੇ ਵੀ ਖੜੀ ਕਰ ਰਹੇ ਹਾਂ। ਭਾਖੜਾ ਬਿਆਸ ਜਿਹੜੀ ਮੈਨੇਜਮੈਂਟ ਕਮੇਟੀ 'ਚ ਵੀ ਜਦੋਂ ਸਾਡਾ ਕੋਈ ਬੰਦਾ ਹੀ ਨਹੀਂ ਵੱਢੂ, ਸਾਡੀ ਸੁਣਵਾਈ ਕੀ ਹੋ? ਉਹਨਾਂ ਨੂੰ ਕੀ ਪਤਾ ਹੈਗਾ ਬਠਿੰਡਾ ਬ੍ਰਾਂਚ ਕਿਹੜੀ ਆ, ਮਲੋਟ ਬ੍ਰਾਂਚ ਕਿਹੜੀ ਆ। ਸੋ ਇਹ ਸਾਡੇ ਵੱਡੇ ਮੁੱਦੇ ਆ, ਉਹਨਾਂ ਤੇ ਲੜਾਈ ਲੜ ਰਹੇ ਆ। ਤੇ ਹੁਣ ਗੰਨੇ ਦੀ ਪੇਮੈਂਟ ਰੋਕੀ ਵੱਢੀ ਸਰਕਾਰ, ਉਹਦੇ ਤੇ ਅੰਦੋਲਨ ਚੱਲਦਾ ਸੀ। ਹੁਣ ਆ ਦੁੱਧ ਤੇ ਤੁਸੀਂ ਦੇਖ ਲਓ ਵੀ ਦੁੱਧ ਪੈਦਾ ਘੱਟ ਹੋ ਰਿਹਾ ਤੇ ਸਪਲਾਈ ਉਹਦੀ ਦੁੱਗਣੀ ਆ। ਡੁਪਲੀਕੇਟ ਸਿਸਟਮ ਇੰਨਾ ਹੋ ਗਿਆ ਬਹੁਤ ਜ਼ਿਆਦਾ ਜੀ। ਸਾਡੀਆਂ ਸਿਹਤਾਂ ਨਾਲ ਖਿਲਵਾੜ ਆ। ਅਸੀਂ ਬੇਰਕਾ ਪਲਾਂਟ ਦੇ ਮੂਹਰੇ 6 ਦਿਨ ਧਰਨਾ ਮਾਰੀ ਰੱਖਿਆ, ਸੀਐਮ ਨਾਲ ਮੀਟਿੰਗ ਵੀ ਕਰੀ ਆ। ਜਾਨੀ ਸੀਐਮ ਜਿਹੜਾ ਕਹਿੰਦੇ ਧਰਨੇ ਦੀ ਲੋੜ ਨਹੀਂ, ਮੇਰੀ ਸਰਕਾਰ 'ਚ ਧਰਨੇ ਵੱਧ ਵੱਜ ਰਹੇ ਆ। ਤੂੰ ਸਾਡੀ 6ਵੇਂ ਦਿਨ ਮੀਟਿੰਗ ਕਰੀ ਆ, 5ਵੇਂ ਦਿਨ 6ਵੇਂ ਦਿਨ ਵੀ ਯਾਰ ਤੂੰ ਪਹਿਲੇ ਕਿਸਾਨਾਂ ਦੀ ਜਿਹੜੀ ਮੰਗ ਆ ਸੁਣ ਲੈ, ਠੀਕ ਹੈ। ਅਸੀਂ ਬੇਰਕਾ ਪਲਾਂਟ ਨੂੰ ਜਾਮ ਬੰਦ ਕਰਕੇ ਰੱਖਿਆ, ਫਿਰ 6ਵੇਂ ਦਿਨ ਕੁਛ ਰਾਇ ਦਿੱਤੀ ਆ, ਉਹ ਜਿਹੜਾ ਦੁੱਧ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਕਰਿਆ, ਕਿਉਂਕਿ ਡੁਪਲੀਕੇਸੀ ਇੰਨੀ ਹੈ। ਜੇ ਦੁੱਧ ਓਰੀਜਨਲ ਨਾ ਹੋਇਆ, ਡੁਪਲੀਕੇਟ ਹੀ ਅਸੀਂ ਵਰਤਾਂਗੇ ਤਾਂ ਫਿਰ ਸਾਡਾ ਭਾਅ ਕਿਵੇਂ ਵਧੂਗਾ? ਲੋਕਾਂ ਦੀ ਸਿਹਤ ਦਾ ਖਿਲਵਾੜ। ਇਹ ਬਹੁਤ ਜਿਹੜੇ ਸੀਰੀਅਸ ਮੁੱਦੇ ਨੇ। ਪੰਜਾਬ ਦੀ ਜਿਹੜੀ ਕਰਜ਼ੇ ਦੀ ਗੱਲ ਹੈ, ਕਰਜ਼ਈ ਕਿਉਂ ਕਿਸਾਨ ਹੋਇਆਗਾ? ਸਰਕਾਰ ਦੀਆਂ ਨਲੇਕੀਆਂ ਨੇ। ਸਾਨੂੰ ਇਹਨਾਂ ਨੇ MSP ਦੇ ਮੁਤਾਬਕ ਭਾਅ ਨਹੀਂ ਦਿੱਤੇ। ਸਵਾਮੀਨਾਥਨ ਦੀ ਰਿਪੋਰਟ ਮਨਮੋਹਨ ਸਿੰਘ ਵੇਲੇ ਦੀ ਲਮਕੀ ਜਾਂਦੀ ਹੈ, ਸਵਾਮੀਨਾਥਨ ਤੋਂ ਭੱਜ ਚੁੱਕੇ। ਅਸੀਂ ਕਹਿੰਦੇ ਸਵਾਮੀਨਾਥਨ ਮੁਤਾਬਕ ਸਾਡੇ ਭਾਅ ਦੇ ਦਿਓ ਵੀ, MSP ਲਾਗੂ ਕਰ ਦਿਓ। ਜੇ ਸਾਡੀ ਕਣਕ ਦਾ ਭਾਅ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਮਿਲਿਆ ਹੁੰਦਾ, ਜਾਂ ਝੋਨੇ ਦਾ ਭਾਅ ਮਿਲਿਆ ਹੁੰਦਾ, ਜਾਂ ਹੋਰ ਫਸਲਾਂ ਦਾ, ਅਸੀਂ ਬੈਂਕ ਤੋਂ ਕਰਜ਼ਾ ਕੀ ਲੈਣ ਜਾਣਾ ਸੀ? ਅਸੀਂ ਤਾਂ ਬੈਂਕੇ ਧਰ ਕੇ ਆਉਂਦੇ ਬਕਾਇਦਾ। ਹੁਣ ਸਾਡੇ ਕੋਲ ਇਨਕਮ ਦੇ ਸੋਰਸ ਉਹਨੇ ਹੈ ਨਹੀਂ, ਮਹਿੰਗਾਈ ਵੱਧ ਚੁੱਕੀ ਹੈ। ਕੀਟਨਾਸ਼ਕ ਦਵਾਈਆਂ ਦੇ ਵਿੱਚ 38% ਵਾਧਾ ਹੋਇਆ, ਸਾਡੇ ਭਾਅ ਦੇ ਵਿੱਚ 2% ਵੀ ਨਹੀਂ ਵਾਧਾ ਹੁੰਦਾ ਗਾ ਫਸਲਾਂ ਦੇ ਭਾਅ 'ਚ। ਫਿਰ ਕਿਸਾਨ ਇਸ ਕਰਕੇ ਕਰਜ਼ਈ ਹੋ ਰਿਹਾ, ਕਰਜ਼ਾ ਮੁੜ ਨਹੀਂ ਰਿਹਾ, ਕਰਜ਼ੇ ਦੀ ਪੌਂਡਾ ਜਿਹੜੀ ਉਹ ਵੱਧ ਰਹੀ ਹੈ, ਵਿਆਜ ਸਾਨੂੰ ਪੈ ਰਿਹਾ। ਸੋ ਕਰਜ਼ੇ ਮੁਕਤੀ ਦੀ ਵੱਡੀ ਲੜਾਈ ਹੈ ਵੀ ਬਈ ਕਿਹੜਾ ਸਾਡਾ ਕਰਜ਼ਾ ਮਾਫ ਕਰੂ ਸਾਰਾ, ਤੁਹਾਡੀਆਂ ਨਾਲ ਲੇਖੀਆਂ ਕਰਕੇ ਚੜਿਆ, ਅੱਗੇ ਤੋਂ ਸਾਨੂੰ MSP ਨਾ ਭਾਅ ਦੇ ਦਿਓ, ਅਸੀਂ ਕਰਜ਼ਾ ਹੀ ਨਹੀਂ ਹੋਣਾ, ਇਹ ਤੁਹਾਡੀਆਂ ਬੈਂਕਾਂ ਧਰ ਕੇ ਆਵਾਂਗੇ। ਹੁਣ ਲੈ ਕੇ ਆਉਂਦੇ ਇੱਕ ਇਹ ਵੱਡੀ ਲੜਾਈ। ਕਿਸਾਨ ਜੀ ਆਪਣੇ ਜੀ ਜਿਸ ਤਰ੍ਹਾਂ ਆਪਣਾ ਹਰ ਮੁੱਦੇ ਤੇ ਤੁਸੀਂ ਲੰਬੇ ਸਮੇਂ ਤੋਂ ਲੜਦੇ ਆ ਰਹੇ ਹੋ, ਕਿਸਾਨ ਜੂਨੀਅਰ ਲੜਦੀ ਆ, ਹੋਰਾਂ ਦੇ ਪੱਖ ਦੀ ਵੀ ਖੜ ਜਾਂਦੀ ਹੈਗੀ। ਇੱਕ ਮੁੱਦਾ ਪਿੱਛੇ ਜਿਹੇ ਖੜਾ ਹੋਇਆ ਸੀ ਜੋ ਕਿ ਆਪਣੇ ਗਰੀਬ ਭਾਈਚਾਰਾ ਸੀਗਾ, ਉਹਨਾਂ ਦੇ ਦੁੱਖ ਵੱਲ ਕਿਸੇ ਨੇ ਨਹੀਂ ਦੇਖਿਆ, ਕਿਉਂਕਿ ਜਿਸ ਟਾਈਮ ਕਿਸਾਨ ਯੂਨੀਅਨ ਉੱਥੇ ਧਰਨਾ ਲਾ ਰਹੀ ਸੀ ਉਹ ਵੀ ਨਾਲ ਖੜੇ ਸੀਗੇ। ਹੁਣ ਪਿੱਛੇ ਜੇ ਇਹਨਾਂ ਨੇ ਆਪਣੇ ਮਜ਼ਦੂਰ ਯੂਨੀਅਨ ਜਿਨ੍ਹਾਂ ਨੇ ਆਪਣੀ ਦਿਹਾੜੀ ਵਧਾਉਣ ਵਾਸਤੇ ਵੀ ਧਰਨਾ ਵੀ ਲਾਇਆ ਸੀਗਾ, ਠੀਕ ਹੈ ਜੀ, ਮੰਗ ਵੀ ਕੀਤੀ ਹੈ, ਉਸ ਟਾਈਮ ਕਿਸਾਨ ਯੂਨੀਅਨ ਨਾਲ ਖੜੀ ਸੀ। ਦੇਖੋ ਜਿੱਥੇ ਮਜ਼ਦੂਰ ਮੈਨੂੰ ਤਾਂ ਬੁਲਾਉਂਦੇ ਜਾਂਦੇ ਆ, ਇਹ ਗੱਲ ਆ ਵੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਬਹੁਤ ਮਜ਼ਬੂਤ ਆ ਪੰਜਾਬ ਦੇ ਵਿੱਚ। ਉਹਨਾਂ ਨੇ ਵਿਚਾਰਿਆਂ ਨੇ ਸਾਡਾ ਬੜਾ ਸਾਥ ਦਿੱਤਾ, ਨਾਰਾ ਵੀ ਸਾਡਾ ਕਿਸਾਨ ਮਜ਼ਦੂਰ ਏਕ ਦਾ ਸੀ। ਇਹ ਨਾ ਕਈ ਪਿੰਡਾਂ ਦੇ ਵਿੱਚ ਕੁਛ ਸਾਡੇ ਜਰਨਲ ਕੈਟਾਗਰੀ ਦੇ ਬੰਦੇ ਹੁੰਦੇ ਆ, ਕੁਛ ਮਜ਼ਦੂਰਾਂ ਦੇ ਵਿੱਚੋਂ ਉਹ ਪਿੰਡਾਂ ਦੀ ਭਾਈਚਾਰਨ ਤੋੜ ਜਿਹੜੀ ਸਾਂਝ ਉਹਨੂੰ ਤੋੜਨ ਦਾ ਚਾਹੁੰਦੇ ਹੁੰਦੇ। ਉਹਨਾਂ ਦਾ ਪੋਲੀਟੀਕਲ ਸਿਸਟਮ ਹੈ ਇੱਕ, ਉਹਨਾਂ ਦੇ ਮਗਰ ਪੋਲੀਟੀਕਲ ਸਪੋਰਟ ਆ। ਉਹ ਕਈ ਵਾਰੀ ਮੁੱਦਾ ਬਣਾ ਲੈਂਦੇ ਪਿੰਡਾਂ 'ਚ ਵੀ ਜੀ ਮੈਂ ਤਾਂ ਇਹ ਗੱਲ ਦੀ ਮੁਖਾਲਫਤ ਕਰਦਾ ਜਾਂ ਵਿਰੋਧ ਕਰਦਾ ਵੀ ਜੇ ਮਜ਼ਦੂਰਾਂ ਦਾ ਭਾਗ ਆ ਜਿਹੜਾ ਵਿਚਾਰਿਆਂ ਦਾ, ਕਿਉਂਕਿ ਉਹ ਤਾਂ ਯਾਰ ਉਹਨਾਂ ਦਾ ਹੱਥੋਂ ਹੀ ਮਾੜੇ ਹਾਲਤ, ਉਹਨਾਂ ਦੀ ਬਹੁਤ ਜ਼ਿਆਦਾ ਮਾੜੇ ਹਾਲਤ, ਉਹਨਾਂ ਦੀ ਰੋਜੀ ਰੋਟੀ। ਇੱਕ ਪਰਿਵਾਰ 'ਚ ਇੱਕ ਮੈਂਬਰ ਜੇ ਦਿਹਾੜੀ ਕਰਕੇ ਆਉਂਦਾ 300 350 ਜਾਂ 400, ਤੁਸੀਂ ਇਹ ਦੇਖੋ, ਅਸੀਂ ਤਾਂ ਉਹਨਾਂ ਦੀ ਦਿਹਾੜੀ ਵਧਾਉਣ ਬਾਰੇ ਪਹਿਲੀ ਵਾਰ ਮੰਗ ਕੀਤੀ, ਪਰ ਕੋਈ ਵੀ ਸਾਦੇ ਨਾਲ ਅਸੀਂ ਤਾਂ 4 ਦਿਨ ਬਾਈ ਜੀ ਖੇਤ ਨਾ ਜਾਵਾਂਗੇ ਸਰਜੂ। ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਰੋਟੀ ਖਾਣ ਦੇ ਲਈ ਡੇਲੀ ਦਿਹਾੜੀ, ਚਾਹੇ ਉਹਨਾਂ ਨੂੰ ਬੁਖਾਰ, ਚਾਹੇ ਉਹਨਾਂ ਨੂੰ 100 ਬੁਖਾਰ ਆ, ਚਾਹੇ 104 ਆ, ਚਾਹੇ 180 ਆ, ਚਾਹੇ 99, ਉਹਨਾਂ ਨੂੰ ਵਿਚਾਰਿਆਂ ਨੂੰ ਜਾਣਾ ਹੀ ਪੈਣਾ ਦਿਹਾੜੀ ਤੇ ਕੰਮ ਵੀ ਕਰਨਾ ਪੈਣਾ ਉਸੇ ਬੁਖਾਰ 'ਚ। ਮੈਨੂੰ ਪਤਾ ਗਾ, ਮੇਰੇ ਤਾਂ ਮਜ਼ਦੂਰਾਂ ਨਾਲ ਬੜੀ ਸਾਂਝ ਆ ਨੇੜੇ ਦੀ, ਪਰ ਉਹਨਾਂ ਨੂੰ ਕੀ ਪਤਾ ਵੀ ਰੋਟੀ ਫੇਰ ਯਾਰ ਆਟਾ ਘਰੇ ਆਊਗਾ, ਖੰਡ ਸਾਡੇ ਘਰੇ, ਚਾਹ ਪੱਤੀ ਫੇਰ ਆਊ।
ਸੋ ਘਰ ਅਸੀਂ 'ਚ ਕੋਈ ਬਿਮਾਰ ਹੋ ਗਿਆ, ਬੱਚਾ ਬਿਮਾਰ ਹੋ ਗਿਆ, ਉਹ ਜਿਹੜੀ ਸੋ- ਦਿਹਾੜੀਆਂ ਉਦੋਂ ਬਾਅਦ ਤਾਂ ਉਹਦਾ ਡਾਕਟਰ ਲੈ ਲੈਂਦੇ ਨੇ। ਜਿੱਥੇ ਜਿੱਥੇ ਉਹਨਾਂ ਦੇ ਬਾਈ ਸੁਨੇਹੇ ਆਏ ਉਹਨਾਂ 'ਚ ਸਮੂਲੀਅਤ ਵੀ ਕੀਤੀ ਹੈ, ਕਰਾਂਗੇ ਵੀ। ਜਿਹੜੇ ਉਹਨਾਂ ਦੇ ਮਜ਼ਦੂਰਾਂ ਦੇ ਬਣਦੇ ਹੱਕ ਹੈ ਉਹ ਵੀ ਠੀਕ ਆ। ਉਹ ਵੀ ਇਹ ਚਾਹੁੰਦੇ ਵੀ ਜੇ ਕਿਸਾਨ ਕਾਮਯਾਬ ਆ ਯਾਰ, ਉਹ ਕਿਸਾਨ ਹੱਕ ਨਹੀਂ ਰੱਖਦਾ ਮਜ਼ਦੂਰ ਦਾ। ਬਿਲਕੁਲ ਕਿਸਾਨ ਵੀ ਪਹਿਲਾਂ ਮਰਿਆ ਪਿਆ ਗਾ। ਸੋ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਨਾਅਰਾ ਗਾ ਉਹਨੂੰ ਬੁਲੰਦ ਰੱਖਾਂਗੇ, ਭਾਈਚਾਰਕ ਸਾਂਝ ਕਾਇਮ ਰੱਖਾਂਗੇ ਤੇ ਜਿਹੜੀ ਲੜਾਈ ਆ ਸਾਂਝੀ ਲੜਾਂਗੇ ਜਿੱਥੇ ਸਾਨੂੰ ਬੁਲਾਉਣਗੇ ਮਜ਼ਦੂਰਾਂ ਦੇ ਨਾਲ। ਬਿਲਕੁਲ। ਇੱਕ ਹੋਰ ਸਵਾਲ, ਜਿਵੇਂ ਰਾਜੇਵਾਲ ਜੀ ਦੀ ਗੱਲ ਕਰਦੇ ਆਪਾਂ ਜੀ, ਪਿਛਲੇ ਸਮੇਂ ਐਸੇ ਕੀ ਕਾਰਨ ਸੀ ਵੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਲੜਨਾ ਮਤਲਬ ਸਮਝਿਆ ਵੀ ਬਹੁਤ ਬੈਟਰ ਹੈਗਾ ਆਉਣ ਵਾਲੇ ਟਾਈਮ ਦੇ ਲਈ, ਜਿੱਥੇ ਕਿ ਬਹੁਤ ਕਿਸਾਨ ਇਹ ਜਿਹੜੇ ਕਹਿੰਦੇ ਸੀ ਇਹ ਲਾਈਨ ਆਪਣੇ ਲਈ ਠੀਕ ਨਹੀਂ, ਜੋ ਪਤਾ ਵੀ ਹੈ ਕਿ ਜੋ ਪਾਵਰ ਤੁਹਾਡੇ ਕੋਲ ਹੈ ਉਹ ਆਮ ਮੰਤਰੀਆਂ ਕੋਲ, ਲੀਡਰਾਂ ਕੋਲ ਨਹੀਂ ਹੁੰਦੀ ਗੀ, ਪਰ ਉਹਨਾਂ ਨੇ ਉਹ ਡਿਸੀਜਨ ਲਿਆ ਜਿਹਦੇ ਕਰਕੇ ਇੱਕ ਫੁੱਟ ਜੀ ਪੈ ਚੁੱਕੀ ਸੀ। ਕੀ ਗੱਲਬਾਤ ਸੀ ਜੀ? ਨਹੀਂ, ਰਾਜੇਵਾਲ ਸਾਹਿਬ ਬੜੇ ਸੀਨੀਅਰ ਸਾਡੇ ਲੀਡਰ ਨੇ। ਮੈਂ ਤਾਂ ਕਾਦੀਆਂ ਗਰੁੱਪ 'ਚ ਕੰਮ ਕਰਦਾ, ਠੀਕ ਆ, ਮੈਂ ਉਹਨਾਂ ਦੇ ਗਰੁੱਪ 'ਚ ਵੀ ਹੈ ਨਹੀਂ। ਮੈਂ ਤਾਂ ਸਰਦਾਰ ਹਰਮੀਤ ਸਿੰਘ ਕਾਦੀਆਂ, ਜਿਹੜੇ ਪ੍ਰਤਾਪ ਸਿੰਘ ਕਾਦੀਆਂ ਦੇ ਪੋਤੇ ਆ ਜੀ, ਜਿਨ੍ਹਾਂ ਦੇ ਘਰੋਂ ਯੂਨੀਅਨ ਸਟਾਰਟ ਹੋਈ ਵੀ ਹੈ, ਤੇ ਮੈਂ ਤਾਂ ਉਹਨਾਂ ਨਾਲ ਕੰਮ ਕਰਦਾ। ਪਰ ਠੀਕ ਹੈ, ਸਾਡੇ ਨਾ ਜਿਹੜੇ ਸੰਗਠਨ ਬਣੇ ਸਕੀਮ ਇਹ ਜ਼ਰੂਰੀ ਨਹੀਂ ਸੀ। ਇਹ 'ਚ ਕਈ ਲੋਕ ਜਥੇਬੰਦੀਆਂ ਚੋਣਾਂ ਲੜਨ ਵਾਲੀਆਂ ਨੇ, ਕਈ ਨਾ ਚੋਣਾਂ ਲੜਨ ਵਾਲੀਆਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਵਿਚਾਰਧਾਰਾ ਵੱਖੋ ਵੱਖਰੀ ਆ। ਉਹ ਰਾਜੇਵਾਲ ਸਾਹਿਬ ਮੈਂ ਉਹੀ ਵਿਚਾਰਧਾਰਾ ਸੁਣਨਾ ਚਾਹੁੰਦਾ ਵੀ ਕਿਹੜੀ ਵਿਚਾਰਧਾਰਾ ਵੀ ਜਿਹੜੀ ਤੁਹਾਡੀ ਸੋਚ ਅਲੱਗ-ਅਲੱਗ ਹੋ ਗਈ, ਵੱਖਰੇ ਹੀ ਹੋ ਗਏ, ਕੀ ਨਹੀਂ ਦੇਖੋ, ਇਹ ਦੋ ਤਰ੍ਹਾਂ ਦੀ ਲੜਾਈ ਆ। ਇੱਕ ਡੈਮੋਕ੍ਰੇਸੀ ਰਾਹੀਂ, ਲੋਕਤੰਤਰ ਜਿਹੜਾ ਵੋਟਾਂ ਰਾਹੀਂ ਅਸੀਂ ਇਹਦੇ ਰਾਹੀਂ ਲੜ ਸਕਦੇ ਹਾਂ, ਪੋਲੀਟੀਕਲ ਸਿਸਟਮ ਰਾਹੀਂ। ਇੱਕ ਹੀ ਪ੍ਰੈਸ਼ਰਾਈਜ਼ ਗਰੁੱਪ ਬਣਾ ਕੇ ਦੋਨਾਂ ਨਾਲ ਲੜਾਈ ਲੜੀ ਜਾਂਦੀ ਹੈ। ਇੱਕ ਤਾਂ ਪ੍ਰੈਸ਼ਰਾਈਜ਼ ਗਰੁੱਪ ਤਾਂ ਇਹ ਆ ਵੀ ਜਦੋਂ ਜਿੱਥੇ ਧੱਕਾ ਹੁੰਦਾ ਅਸੀਂ ਸੰਵਿਧਾਨ ਦੇ ਮੁਤਾਬਕ ਧਰਨਾ ਲਾ ਸਕਦੇ, ਸਾਡਾ ਹੱਕ ਹੈ। ਬੜੀਆਂ ਮੰਗਾਂ ਮਨਾਈਆਂ ਵੀ, ਬੜੀਆਂ ਜਿੱਤਾਂ ਜਿੱਤੀਆਂ ਨੇ, ਸਾਡਾ ਇਤਿਹਾਸ ਹੈ ਜਥੇਬੰਦੀਆਂ ਪ੍ਰੈਸ਼ਰਾਈਜ਼ ਗਰੁੱਪ। ਇੱਕ ਜੇ ਕੋਈ ਤਜਰਬਾ ਕਰਕੇ ਰਾਜੇਵਾਲ ਸਾਹਿਬ ਨੇ ਦੇਖ ਲਿਆ, ਠੀਕ ਹੈ, ਲੋਕਾਂ ਨੇ ਨਹੀਂ ਮੰਨਿਆ। ਇਹ ਕਈ ਜਥੇਬੰਦੀਆਂ ਨੇ ਸੋਚਿਆ, ਜਿਵੇਂ ਰਾਜੇਵਾਲ ਸਾਹਿਬ ਨੇ ਸੋਚਿਆ ਵੀ ਯਾਰ ਆਪਾਂ ਜਿੱਥੇ ਕਾਨੂੰਨ ਬਣਦੇ ਆ ਵਿਧਾਨ ਸਭਾ ਦੇ ਵਿੱਚ, ਕਿਉਂ ਨਾ ਸਾਡੇ ਉੱਥੇ ਬੰਦੇ ਬਹਿ ਜਾਣ। ਜੇ ਸਾਡੇ 5-7 ਬੰਦੇ ਬਹਿ ਜਾਂਦੇ, ਇਤਰਾਜ਼ ਵੀ ਕੀ ਸੀ ਬਈ ਯਾਰ। ਜੇ ਹਰੀਆਂ ਪੱਗਾਂ ਬੰਨ੍ਹ ਕੇ ਬੈਜ ਲਾ ਕੇ ਸੜਕ ਤੇ ਬਹਿੰਦੇ ਆ, ਉੱਥੇ ਵੀ ਤਾਂ ਇਹ ਲੜਾਈ ਲੜਦੇ ਆ। ਜੇ ਉਹ ਰਾਜੇਵਾਲ ਨੂੰ ਭਾਈ ਲੋਕ ਜਿਤਾ ਆਉਂਦੇ, 5-7 MLA ਬਹਿ ਜਾਂਦੇ, ਤਾਂ ਵੀ ਕੋਈ ਮਾੜੀ ਗੱਲ ਨਹੀਂ ਸੀ। ਮੈਂ ਤਾਂ ਆਪ ਯਾਰ ਮੋਰਚੇ ਨੂੰ ਵੋਟ ਪਾਈ ਆ, ਮੈਂ ਕਿਉਂ ਪਾਊਂਗਾ? ਅਸੀਂ ਤਾਂ ਯਾਰ 1.5 ਸਾਲ ਤਾਂ ਗਾਲਾਂ ਕੱਢਦੇ ਰਹੇ ਅਕਾਲੀ ਕਾਂਗਰਸ ਝਾੜੂ ਵਾਲਿਆਂ ਨੂੰ। ਜਿਵੇਂ ਤੁਸੀਂ ਕਹਿੰਦੇ 700 ਮੋਰਚੇ ਦਾ ਵੋਟ ਪਾਣੀ ਪੈਣੀ ਸੀ, ਆਪਣਾ ਤੁਸੀਂ ਕਹਿੰਦੇ 700 ਸਹਾਤ ਦਿੱਤੀ ਆ ਵੀ, ਮੈਂ ਤਾਂ ਨਹੀਂ ਭੁੱਲਿਆ ਬਾਈ 700 ਸਹਾਤ ਨੂੰ। ਬਿਲਕੁਲ, ਮੈਂ ਤਾਂ ਉਹਦੇ ਪਿੰਡ ਦਾ ਧੰਨਵਾਦ ਕਰਦਾ। ਪੂਰਾ ਪੰਜਾਬ 'ਚ ਇੱਕ ਪਿੰਡ ਆ ਮੇਰਾ, ਸੀਨੀਵਾਲ ਕਲਾਂ, ਜਿੱਥੇ 618 ਵੋਟਾਂ ਕਿਸਾਨ ਮੋਰਚੇ ਨੂੰ ਪਈਆਂ। ਨਹੀਂ ਤਾਂ ਕਿਤੋਂ 20 ਆ, ਕਿਤੋਂ 10 ਆ, ਕਿਤੋਂ 5 ਆ। ਉਹੀ ਤਾਂ ਕਹਿ ਰਹੇ ਜੀ, ਤੁਸੀਂ ਉਹਨਾਂ ਦੇ ਹੱਕ ਵਿੱਚ ਚਲੋਗੇ, ਪਰ ਇਹ ਜੀ ਕੀ ਕਾਰਨ ਸੀ ਜਿਹੜੇ ਦੂਸਰੇ ਲੋਕ ਉਹਨਾਂ ਤੋਂ ਨਾਰਾਜ਼ ਦਿਖ ਰਹੇ ਸੀ? ਦੇਖੋ, ਇਹ ਨਾ ਲੋਕਾਂ ਨੇ ਕੋਈ ਸੋਚ ਦਾ ਫਰਕ ਸੀ ਜਾਂ ਉਹਨਾਂ ਦੇ ਕੋਈ ਗੱਲਾਂ ਬਾਤਾਂ ਕੁਛ ਇਹੀ ਆਉਂਦੇ? ਅਸੀਂ ਲੋਕਾਂ ਨੂੰ ਜਿਹੜੇ, ਮੈਂ ਬੇਸ਼ੱਕ ਇਹਦਾ ਇਲੈਕਸ਼ਨ ਨਹੀਂ ਲੜੀ, ਪਰ ਯਾਰ ਮੈਂ ਬਈ ਨਾ ਅਕਾਲੀਆਂ ਨੂੰ ਨਾ ਕਾਂਗਰਸ ਝਾੜੂ ਵੱਲ ਮੈਂ ਤਾਂ ਨਹੀਂ ਪਾਉਂਦਾ ਵੋਟ। ਮੈਂ ਤਾਂ ਜੋ 750 ਹਿਸਾਬ ਤੋਂ ਗਿਆ ਸੀ ਤਾਂ ਪਾਈਏ ਵੋਟ ਕਿਸਾਨਾਂ ਨੂੰ। ਮੈਂ ਤਾਂ ਪਿੰਡ ਦੇ ਲੋਕ ਆ ਕਹਿੰਦੇ ਕਿਹਨੂੰ ਪਾਉਣੀ, ਮੈਂ ਵੀ ਕਿਸਾਨਾਂ ਨੂੰ ਪਾ ਦਿਓ ਭਾਈ। ਤੇ ਪਾਈ ਵੀ ਆ ਲੋਕਾਂ ਨੇ, ਪੂਰੇ ਪੰਜਾਬ 'ਚੋਂ 618 ਵੋਟਾਂ ਸੀਨੀ ਹਾਲ 'ਚੋਂ ਆ ਮੇਰੇ ਪਿੰਡ 'ਚੋਂ, ਨਹੀਂ ਤਾਂ ਪਾਈਆਂ ਨਹੀਂ ਲੋਕਾਂ ਨੇ। ਸੋ ਯਾਰ ਲੋਕਾਂ ਨੂੰ ਜਾਂ ਤਾਂ ਸਮਾਂ ਘੱਟ ਸੀ, ਜਾਂ ਸਮਝਾ ਨਹੀਂ ਸਕੇ, ਜਾਂ ਲੋਕ ਪ੍ਰੈਸ਼ਰਾਈਜ਼ ਇੰਨੇ ਕਰੇ ਵੇ ਉਹਨਾਂ ਦੇ ਪੋਲੀਟੀਕਲ ਲੋਕਾਂ ਤੋਂ, ਸਮਝਦੇ ਨਹੀਂ। ਉਹ ਕਹਿੰਦੇ ਅਸੀਂ ਅਕਾਲੀ ਕਾਂਗਰਸ ਝਾੜੂ ਵਾਲਾ ਇਹਨਾਂ ਮਗਰ ਹੀ ਰਹਿਣਾ। ਪਰ ਇਹ ਬਈ ਸਮਾਂ ਆਊਗਾ, ਰਾਜ ਵੀ ਲਿਆਉਣਾ ਪੈ ਸਕਦਾ। ਹੱਕ ਆ ਜਿਹੜੇ ਉਹ ਪੈਨ ਨਾਲ ਵੀ ਖੋਣੇ ਪੈ ਸਕਦੇ ਤੇ ਡਾਂਗ ਨਾਲ ਵੀ ਖੋਣੇ ਪੈ ਸਕਦੇ। ਬਿਲਕੁਲ, ਠੀਕ ਹੈ। ਜਿੱਥੇ ਕਾਨੂੰਨ ਬਣਦੇ ਵਿਧਾਨ ਸਭਾ 'ਚ, ਜੇ 5-7 MLA ਰਾਜੇਵਾਲ ਵਰਗੇ ਭਾਈ ਬਹਿ ਜਾਂਦੇ, ਅਸੀਂ ਤਾਂ ਇੱਧਰ ਲੜੀ ਜਾਂਦੇ ਸੜਕਾਂ 'ਤੇ, ਉਹ ਉੱਧਰੋਂ ਲੜ ਲਿਆ ਕਰਦੇ। ਅਸੀਂ ਉਹਨਾਂ ਨੂੰ ਲਾਂਭਾ ਤਾਂ ਦੇ ਸਕਦੇ, ਜੋ ਜਿਤਾਉਣ ਦੇ ਲੋਕ ਨੂੰ ਵੀ ਯਾਰ ਤੁਸੀਂ ਇੱਥੇ ਵੱਡੇ ਕਰਦੇ ਹੋ, ਧੱਕਾ ਹੋ ਰਿਹਾ, ਉਹ ਆਪੇ ਖੋਰੂ ਪਾਉਂਦੇ ਵਿਧਾਨ ਸਭਾ 'ਚ। ਠੀਕ ਹੈ ਜੀ, ਚਲੋ ਅਸੀਂ ਅੱਗੇ ਲਵਾਂਗੇ ਤੁਹਾਡੇ ਤੋਂ। ਬਹੁਤ ਹੀ ਲੰਬੀਆਂ ਗੱਲਾਂ, ਬਹੁਤ ਹੀ ਕਿਸਾਨ ਦੇ ਜੋ ਵੀ ਇਹਨਾਂ ਦੇ ਮੁੱਦੇ ਨੇ ਉਸ ਵਿਸ਼ੇ 'ਤੇ ਆਪਣੀ ਗੱਲ ਹੋਈ। ਅਤੇ ਮੇਨ ਇਹ ਹੈ ਗੱਲ ਕਿ ਜਿਹੜੇ ਇਹਨਾਂ ਦੇ ਮੁੱਦੇ ਨੇਗੇ ਬੜੇ ਜਾਇਜ਼ ਨੇਗੇ ਅਤੇ ਲੜਨਾ ਵੀ ਚਾਹੁੰਦੇ ਨੇਗੇ, ਚਾਹੇ ਉਹ ਆਮ ਗਰੀਬ ਮਜ਼ਦੂਰਾਂ ਦੇ ਲਈ ਹੋਵੇ, ਚਾਹੇ ਉਹ ਪਾਣੀ ਦੇ ਲਈ ਹੋਵੇ, ਚਾਹੇ ਉਹ ਪੰਜਾਬ ਦੇ ਭਲੇ ਲਈ ਹੋਵੇ। ਕਿਸਾਨ ਯੂਨੀਅਨ ਹਮੇਸ਼ਾ ਪੰਜਾਬ ਦੇ ਭਲੇ ਲਈ ਖੜੀ ਹੈ ਅਤੇ ਜੋ ਇਹਨਾਂ ਦੀ ਮੰਗਾਂ ਨੇ ਸਟੇਟ ਲੈਵਲ 'ਤੇ ਲਾ ਲਓ, ਚਾਹੇ ਪੰਜਾਬ ਦੇ ਸੈਂਟਰ ਗੌਰਮੈਂਟ ਦੇ ਅੱਗੇ ਵੀ ਜੋ ਵੀ ਇਹ ਅਪੀਲ ਕਰ ਰਹੇ ਨੇਗੇ, ਉਹਦੇ ਲਈ ਕਹਿੰਦੇ ਕੱਲ੍ਹ ਵੀ ਲੜ ਰਹੇ ਸੀ, ਅੱਜ ਵੀ ਲੜ ਰਹੇ ਹਾਂ, ਤਾਂ ਆਉਣ ਵਾਲੇ ਫਿਊਚਰ ਵਿੱਚ ਵੀ ਜੇ ਸਾਨੂੰ ਜ਼ਰੂਰਤ ਹੋਈ ਤਾਂ ਅਸੀਂ ਫਿਰ ਦੁਬਾਰਾ ਲੜਾਂਗੇ ਅਤੇ ਆਪਣੇ ਜੋ ਹੱਕ ਨੇਗੇ, ਜੋ ਜਾਇਜ਼ ਨੇਗੇ, ਉਹ ਅਸੀਂ ਪੰਜਾਬ ਦੇ ਭਲੇ ਲਈ
ਲੈ ਕੇ ਹੀ ਛੱਡਾਂਗੇ। ਤਾਂ ਅਸੀਂ ਗੱਲ ਕਰ ਰਹੇ ਜਗਸੀਰ ਸੀਰਾ ਜੀ ਨਾਲ, ਤੇ ਅੱਜ ਉਹਨਾਂ ਤੋਂ ਆਗੇ ਲਵਾਂਗੇ, ਮਿਲਾਂਗੇ ਅਗਲੀ ਵਾਰੀ ਫਿਰ ਕਿਸੇ ਹੋਰ ਸ਼ਖਸੀਅਤ ਨਾਲ। ਤਬ ਤੱਕ ਸਾਨੂੰ ਆਗਿਆ ਦਿਓ ਜੀ। ਤੁਹਾਡਾ ਧੰਨਵਾਦ ਜੀ। ਧੰਨਵਾਦ ਸਰ। ਸ਼ੁਕਰੀਆ।